ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਚਿੰਗਰਣ ਹੁਤੇ ਸੋ ਜਾਤ ਕੇ ਬਾਲਾ ਕਿਸਨਾ ਨਾਮ ਸੰਸਕ੍ਰਿਤ ਵਿਦਿਆ ਬਿਖੈ ਪੰਡਿਤ ਬਡ ਅਭਿਰਾਮ ਚਿੰਗਰਣ ਹੁਤੇ ਸੋ ਜਾਤ ਕੇ ਬਾਲਾ ਕਿਸ਼ਨਾ ਨਾਮ ਸੰਸਕ੍ਰਿਤ ਵਿਦਿਆ ਬਿਖੈ
ਪੰਡਿਤ ਬਡ ਅਭਿਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰ ਜਹੂਰ, ਦੀਨਾ ਬੰਧੂ ਭਗਤ ਵਛਲ, ਗੁਰੂ ਗਰੀਬ ਨਿਵਾਜ, ਮਿਹਰਾਮਤਾਂ ਦਾ ਸਾਗਰ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ, ਨਿਹਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪ ਜੀ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾ ਰਹੇ ਹੋ। ਗਰੀਬ ਨਵਾਜ ਦੀ ਮਿਹਰਾਮਤ ਦਇਆ ਸਦਕਾ ਔਰ ਵੱਡੇ ਭਾਗਾਂ ਦੇ ਨਾਲ ਸਤ ਸੰਗਤ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਨਿਤਾ ਪ੍ਰਤੀ ਆਪਾਂ ਮਾਣਦੇ ਹਾਂ। ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਾਂਤੀ ਕੇ ਪੁੰਜ ਸੱਚੇ ਪਾਤਸ਼ਾਹ, ਤੇ ਇਹਨਾਂ ਦੇ ਉਜਲ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ ਨਿਤਾ ਪ੍ਰਤੀ ਲੜੀਵਾਰ ਰੂਪ ਅੰਦਰ ਸ਼ਰਵਣ ਕਰਦਿਆਂ ਹੋਇਆਂ ਲਾਹਾ ਖੱਟੇ ਦਿਹਾੜੀ ਮਨੁੱਖਾ ਜਾਮੇ ਨੂੰ ਪਵਿੱਤਰ ਅਰ ਸਫਲਾ ਬਣਾ ਰਹੇ ਹਾਂ। ਕੱਲ੍ਹ ਦੇ ਦੀ ਬਾਣ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ। ਅੰਮ੍ਰਿਤਸਰ ਸਾਹਿਬ ਦੀ ਮੁਕੱਦਸ ਧਰਤੀ 'ਤੇ ਸਤਿਗੁਰਾਂ ਨੇ ਬੇਅੰਤ ਜੀਵਾਂ ਦੀ ਕਲਿਆਣ ਕੀਤੀ। ਜੋ ਵੀ ਮਹਾਰਾਜ ਦੇ ਪਾਸ ਆਉਂਦਾ ਹੈ ਸ਼ਾਂਤੀ ਲੈਣ ਵਾਸਤੇ ਜਾਂ ਹੋਰ ਵੀ ਕੋਈ ਮਨ ਦੇ ਬਲਬਲੇ ਬੇਨਤੀ ਰੂਪ ਮਹਾਰਾਜ ਨੂੰ ਦੱਸਦਾ ਹੈ, ਅਤੇ ਗਰੀਬ ਨਵਾਜ ਉਸੇ ਪ੍ਰੇਮੀ ਪ੍ਰਾਣੀ ਗੁਰਮੁਖ ਨੂੰ ਬੜੀ ਦਇਆ ਦੇ ਨਾਲ ਸੁੰਦਰ ਉਪਦੇਸ਼ ਬਖਸ਼ਦੇ। ਜਿਵੇਂ ਭਾਈ ਪੁਰੀਆ ਚੂੜ ਚੌਧਰੀ ਨੂੰ ਦੱਸਿਆ ਮਹਾਰਾਜ ਨੇ, ਇਹਨਾਂ ਆ ਕੇ ਬੇਨਤੀ ਕੀਤੀ ਵੀ ਮਹਾਰਾਜ ਅਸੀਂ ਪਿੰਡ ਦੇ ਚੌਧਰੀ ਹਾਂ, ਅਤੇ ਮਹਾਰਾਜ ਕੀ ਸਾਡਾ ਵੀ ਉਧਾਰਾ ਹੋ ਸਕਦਾ, ਕਿਉਂਕਿ ਪਿੰਡ ਦੇ ਮੋਹਤਬਰ ਹੋਣ ਕਰਕੇ ਸਾਨੂੰ ਬੜੇ ਝੂਠ ਸੱਚ ਬੋਲਣੇ ਪੈਂਦੇ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਨਾ ਬੋਲੋ ਭਾਈ, ਫਿਰ ਕਹਿੰਦੇ ਮਹਾਰਾਜ ਛੁਟਕਾਰਾ ਨਹੀਂ, ਜੇ ਝੂਠ ਨਾ ਬੋਲੀਏ ਤੇ ਸਾਡਾ ਕਾਰਜ ਵੀ ਸਿੱਧ ਨਹੀਂ ਆਉਣਾ ਤੇ ਨਾ ਸਾਨੂੰ ਕੋਈ ਰੱਜ ਕੇ ਰੋਟੀ ਜੁੜਨੀ ਹੈ। ਸੱਚੇ ਪਾਤਸ਼ਾਹ ਜੀਆਂ ਫਿਰ ਵਿਧੀ ਦੱਸੀ ਵੀ ਆਪਣੇ ਨਗਰ ਵਿੱਚ ਇੱਕ ਗੁਰੂ ਘਰ ਬਣਵਾਓ, 4-4 ਘੜੀਆਂ ਸਵੇਰੇ ਸ਼ਾਮ ਹਾਜ਼ਰੀ ਭਰੋ, ਕਥਾ ਕੀਰਤਨ ਸੁਣਿਆ ਕਰੋ, ਅਤੇ ਜਿੰਨੇ ਦਿਨ ਵਿੱਚ ਕੋਈ ਝੂਠ ਕੁਫਰ ਤੋਲਦੇ ਹੋ ਉਹ ਜਾ ਕੇ ਗੁਰੂ ਘਰ ਇੱਕ ਵਹੀ 'ਤੇ ਲਿਖਵਾ ਲਿਆ ਕਰੋ। ਇਸ ਤਰ੍ਹਾਂ ਮਹਾਰਾਜ ਦੀ ਸਿੱਖਿਆ ਉਪਦੇਸ਼ ਲੈ ਕੇ ਚਲੇ ਗਏ, ਅਤੇ ਮਹਾਰਾਜ ਨੇ ਵੀ ਕਹਿ ਦਿੱਤਾ ਵੀ ਮਹੀਨੇ ਬਾਅਦ ਜਦੋਂ ਮੱਸਿਆ ਸੰਗਰਾਂਦ 'ਤੇ ਜਦੋਂ ਵੀ ਆਓ ਫਿਰ ਉਹ ਵਹੀ ਜਿਹੜੀ ਨਾਲ ਲੈ ਕੇ ਆਉਣੀ ਹੈ। ਉਹ ਸਾਰੇ ਬੋਲੇ ਹੋਏ ਝੂਠ ਕੀਤੇ ਪਾਪ ਇੱਥੇ ਦੱਸਿਆ ਕਰੋ ਸੰਗਤ ਵਿੱਚ। ਇਹਨਾਂ ਇਸੇ ਤਰ੍ਹਾਂ ਹੀ ਕਰਨਾ ਆਰੰਭ ਕੀਤਾ। ਸਵੇਰੇ ਸ਼ਾਮ 4-4 ਘੜੀਆਂ ਗੁਰੂ ਘਰ ਹਾਜ਼ਰਾ ਲਗਾਉਂਦੇ ਭਾਈ ਪੁਰੀਆ ਭਾਈ ਚੂੜ ਜੀ ਵਰਗੇ, ਅਤੇ ਇਹਨਾਂ ਨੇ ਫਿਰ ਜਿੰਨੇ ਕੁ ਝੂਠ ਬੋਲਦੇ ਸੀ ਉਹ ਵਹੀ 'ਤੇ ਲਿਖ ਲੈਂਦੇ ਰਹੇ। ਅਤੇ ਉਹ ਬੋਲਦੇ ਅਸੀਂ ਤਾਂ ਹੀ ਆ ਨਾ ਝੂਠ, ਕਿਉਂਕਿ ਪੁੱਛਣ ਵਾਲਾ ਕੋਈ ਨਹੀਂ। ਜਦੋਂ ਇਹ ਹੋ ਜਾਵੇ ਵੀ ਸਾਡਾ ਲੇਖਾ ਇਹ ਝੂਠ ਬੋਲੇ ਦਾ ਸਤਿਗੁਰਾਂ ਦੇ ਪਾਸ ਜਾਣਾ ਹੈ, ਫਿਰ ਆਪੇ ਹੀ ਹੌਲੀ ਹੌਲੀ ਸ਼ਰਮ ਆਉਣ ਲੱਗ ਜਾਂਦੀ ਹੈ। ਅਤੇ ਇਸੇ ਤਰ੍ਹਾਂ ਹੀ ਜਦੋਂ ਇਹ ਜਾ ਕੇ ਦੱਸਦੇ ਸੰਗਤ ਵਿੱਚ ਸੁਣਾਉਂਦੇ ਬੜੇ ਸ਼ਰਮਿੰਦੇ ਹੁੰਦੇ। ਉਹ ਵੇਖਣ ਵਾਲੇ ਕਹਿੰਦੇ ਵੀ ਵੇਖੋ ਕਿੱਡੀਆਂ ਸੋਹਣੀਆਂ ਇਹਨਾਂ ਪੱਗਾਂ ਬੰਨੀਆਂ, ਅਤੇ
ਤੇ ਕਿੱਡੇ ਸਰਦਾਰ ਬੰਦੇ ਐ। ਰਿਜ਼ਕ ਮਹਾਰਾਜ ਨੇ ਬਹੁਤ ਦਿੱਤਾ ਹੈ, ਤੇ ਮੂੰਹੋਂ ਗੁਰੂ ਕੇ ਸਿੱਖ ਵੀ ਕਹਾਉਂਦੇ ਤਾਂ ਬਹੁਤ ਕੁਫਰ ਤੋੜਦੇ ਆ। ਤੇ ਨਾ ਮਹਾਰਾਜ ਨਾਲ ਨਜ਼ਰਾਂ ਮਿਲਾ ਹੁੰਦੀਆਂ, ਨਾ ਸੰਗਤ ਦੇ ਨਾਲ। ਫਿਰ ਪਛਤਾਉਂਦੇ ਵੀ ਵੇਖੋ ਝੂਠ ਦੇ ਕਰਕੇ ਕਿੰਨਾ ਸ਼ਰਮਿੰਦਾ ਹੋਣਾ ਪੈਂਦਾ। ਉਹ ਫਿਰ ਜਦੋਂ ਪਤਾ ਹੁਣ ਲੇਖਾ ਹੁਣ ਅਗਲੇ ਮਹੀਨੇ ਫਿਰ ਥੋੜ੍ਹੇ ਜਿਹੇ ਘੱਟ ਬੋਲਦੇ ਆ। ਇਸ ਤਰ੍ਹਾਂ ਇਹਨਾਂ ਨੇ ਕਰਦਿਆਂ ਕਰਦਿਆਂ ਫਿਰ ਹੌਲੀ ਹੌਲੀ ਫਿਰ ਪਾਪ ਘਟਣ ਲੱਗ ਪਏ, ਝੂਠ ਘਟਣ ਲੱਗ ਪਏ, ਸੱਚ ਪੁੰਨ ਵਧਣ ਲੱਗ ਪਏ। ਲਿਖਦੇ ਜਦੋਂ ਰੋਜ਼ ਜਾ ਕੇ ਰੋਜ਼ਮਰਾ ਜ਼ਿੰਦਗੀ ਵਿੱਚੋਂ। ਇਸ ਤਰ੍ਹਾਂ ਇਹੋ ਜਿਹੀ ਕਲਾ ਵਰਤੀ ਵੀ ਹੌਲੀ ਹੌਲੀ ਖਹਿੜਾ ਹੀ ਛੁੱਟ ਗਿਆ। ਜਿਹੜੇ ਕਹਿੰਦੇ ਸੀ ਵੀ ਝੂਠ ਬਿਨਾਂ ਸਾਡਾ ਸਰਦਾ ਹੀ ਨਹੀਂ ਮਹਾਰਾਜ, ਤੇ ਅੱਜ ਸਭ ਪਾਸੇ ਫਿਰ ਉਹਨਾਂ ਦੀ ਸ਼ੋਭਾ ਹੋ ਰਹੀ ਹੈ। ਕੋਈ ਲੋੜ ਨਹੀਂ ਪੈਂਦੀ ਝੂਠ ਬੋਲਣ ਦੀ, ਕਿਉਂਕਿ ਝੂਠ ਤਾਂ ਉਹ ਬੋਲਦਾ ਨਾ ਜਿਹਦੇ ਹਿਰਦੇ ਵਿੱਚ ਪਾਪ ਹੋਵੇ, ਜਿਹਨੇ ਛਲ ਫਰੇਬ ਕਮਾਉਣਾ। ਤੇ ਜਿਹੜਾ ਪ੍ਰਤੱਖ ਹੈ, ਪ੍ਰਗਟ ਹੈ, ਸੱਚ ਦੇ ਰਾਹ 'ਤੇ ਤੁਰਿਆ, ਉਹਨੂੰ ਝੂਠ ਦਾ ਆਸਰਾ ਲੈਣ ਦੀ ਕੀ ਲੋੜ ਹੈ। ਪ੍ਰਵਾਹ ਨਾਹੀਂ ਕਿਸੇ ਕੇਰੀ ਬਾਝ ਸੱਚੇ ਨਾਹ। ਇਸ ਤਰ੍ਹਾਂ ਦੀ ਕੋਈ ਵਿਧੀ ਨਾਲ ਮਹਾਰਾਜ ਨੇ ਇਹਨਾਂ ਦੀ ਕਲਿਆਣ ਕੀਤੀ ਤੇ ਸੋਹਣੀ ਜ਼ਿੰਦਗੀ ਇਹਨਾਂ ਬਤੀਤ ਕੀਤੀ। ਅੱਗੇ ਫਿਰ ਇੱਕ ਭਾਈ ਪੈੜਾ, ਭਾਈ ਦੁਰਗਾ ਨਾਮ ਦਾ ਸਿੱਖ, ਇਹ ਦੋ ਮਹਾਰਾਜ ਦੇ ਪਾਸ ਆਏ, ਜਿਨ੍ਹਾਂ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਸਾਨੂੰ ਵੀ ਕੋਈ ਉਪਦੇਸ਼ ਬਖਸ਼ੋ। ਗਰੀਬ ਨਵਾਜ ਵੀ ਅਸੀਂ ਵੀ ਜਿਹੜਾ ਹੈ ਉਹ ਪਰਮ ਗਤੀ ਪ੍ਰਾਪਤ ਕਰ ਸਕੀਏ, ਸਾਡੇ ਵੀ ਮਨ ਨੂੰ ਸ਼ਾਂਤੀ ਮਿਲੇ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਗਰੀਬ ਨਵਾਜ ਜੀਆਂ ਫਿਰ ਇਹਨਾਂ ਨੂੰ ਉਪਦੇਸ਼ ਦਿੱਤਾ ਵੀ ਜਿਹੜਾ ਕੋਈ ਪਿਛਲਾ ਕਰਮ ਹੁੰਦਾ ਹੈ, ਚਾਹੇ ਉਹ ਚੰਗਾ ਹੈ ਚਾਹੇ ਮਾੜਾ ਹੈ, ਉਹਦੇ ਫਲ ਵਜੋਂ ਹੀ ਆਪਾਂ ਨੂੰ ਇਸ ਸੰਸਾਰ 'ਤੇ ਪ੍ਰਾਲਬਧ ਪ੍ਰਾਪਤ ਹੁੰਦੀ ਹੈ। ਪਿਛਲੇ ਕੀਤੇ ਹੋਏ ਪਾਪਾਂ ਦਾ ਫਲ ਦੁੱਖ ਹੈ, ਕੀਤੇ ਹੋਏ ਪਿਛਲੇ ਪੁੰਨਾਂ ਦਾ ਫਲ ਸੁੱਖ ਹੈ। ਉਹ ਵਿਧੀ ਦੇ ਨਾਲ ਸੁੱਖ ਵੀ ਮਿਲੀ ਜਾਂਦੇ, ਵਿਧੀ ਨਾਲ ਦੁੱਖ ਵੀ ਮਿਲੀ ਜਾਂਦੇ ਹੈ। ਜ਼ੋਰ ਨਹੀਂ ਕਿਸੇ ਦਾ, ਪ੍ਰਭ ਲਿਖੇ ਕਾ ਲਹਿਣਾ, ਵੀ ਇਹ ਤਾਂ ਪਿਛਲਾ ਲਿਖਿਆ ਆਪਾਂ ਲੈਣਾ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਪਰਮੇਸ਼ਰ ਸਾਨੂੰ ਪੁੰਨਾਂ ਪਾਪਾਂ ਦੇ ਬਦਲੇ ਜੋ ਦੇ ਰਿਹਾ ਹੈ, ਸਾਡਾ ਕੀਤਾ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹਨਾਂ ਨੂੰ ਸਮਝਾਇਆ, ਫਿਰ ਆਖਿਆ ਵੀ ਜੇ ਪਦਾਰਥ ਮਹਾਰਾਜ ਪਰਮੇਸ਼ਰ ਦਿੰਦਾ ਹੈ, ਕੋਈ ਆਗਿਆਕਾਰੀ ਪਤਨੀ ਮਿਲ ਜਾਣੀ, ਬੱਚੇ ਆਗਿਆਕਾਰ ਮਿਲ ਜਾਣੇ, ਧਨ ਦੌਲਤ ਖਾਣ ਖਰਚਣ ਜੋਗਾ ਦੁੱਧ ਪੁੱਤ ਮਿਲ ਜਾਣੇ, ਇਹ ਜਾਣਨਾ ਚਾਹੀਦਾ ਹੈ ਵੀ ਸਾਡਾ ਪਿਛਲੇ ਕੀਤੇ ਕਰਮ ਦਾ ਬੜਾ ਫਲ ਮਿਲ ਰਿਹਾ ਹੈ। ਤੇ ਇਹ ਪਦਾਰਥ ਸਫਲੇ ਵੀ ਕਰਨੇ ਚਾਹੀਦੇ ਹੈ। ਉਹ ਇਸ ਤਰ੍ਹਾਂ ਵੀ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਖਾਸ ਕਰਕੇ ਗੁਰੂ ਕੀ ਬਾਣੀ ਪੜ੍ਹਨ ਵਾਲਾ ਜੇ ਕੋਈ ਸਿੱਖ ਹੈ, ਉਹਨਾਂ ਨੂੰ ਘਰੇ ਗ੍ਰਹਿ ਵਿੱਚ ਸੱਦ ਕਰਕੇ ਹੱਥ ਪੈਰ ਧਵਾ ਕੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਦੇ ਕੇ ਤ੍ਰਿਪਤ ਕਰਾਉਣਾ। ਉਸ ਤੋਂ ਬਾਅਦ ਜਿਹੜਾ ਹੈ ਵੀ ਯਥਾ ਸ਼ਕਤ ਕੋਈ ਬਸਤਰ ਜਿੰਨਾ ਬਲ ਪੈਂਦਾ ਸੇਵਾ ਕਰੇ। ਤੇ ਜਦੋਂ ਫਿਰ ਉਹ ਸਿੱਖ ਅਰਦਾਸ ਕਰਨਗੇ ਉਦੋਂ ਹੱਥ ਜੋੜ ਕੇ ਖੜ੍ਹਾ ਲਵੇ ਤੇ ਆਪਦੀ ਨਿਮਰਤਾ ਮਨ ਵਿੱਚ ਲਿਆਵੇ ਵੀ ਮਹਾਰਾਜ ਜੋ ਸਿੱਖਾਂ ਨੂੰ ਛਕਾਇਆ ਹੈ ਲੰਗਰ ਪ੍ਰਸ਼ਾਦਾ ਉਹ ਤੁਹਾਡਾ ਹੈ, ਤੇ ਸੇਵਾ ਮਹਾਰਾਜ ਜੀ ਜੋ ਕੀਤੀ ਇਹਦਾ ਫਲ ਪ੍ਰਤਾਪ ਬਖਸ਼ਣਾ। ਜਿਵੇਂ ਉਹ ਸਾਧ ਸੰਗਤ ਜੀ ਵੀ ਆਪਾਂ ਵੇਖੀਦਾ ਹੈ ਵੀ ਕੋਈ ਅਖੰਡ ਪਾਠ ਸਾਹਿਬ, ਸਹਿਜ ਪਾਠ ਹੁੰਦੇ ਆ, ਇਹ ਕਾਰਜ ਤਾਂ ਬੜੇ ਪੁੰਨ ਦਾ ਹੈ, ਪਰ ਅਜੋਕੇ ਸਮੇਂ ਵਿੱਚ ਕੇਵਲ ਵਿਖਾਵਾ ਰਹਿ ਗਿਆ ਹੈ। ਨਾ ਕੋਈ ਗੁਰਬਾਣੀ ਸੁਣਨ ਨੂੰ ਤਿਆਰ ਹੈ, ਤੇ ਫੋਕੀ ਸ਼ੌਹਰਤ ਹੈ ਵੀ ਵਾਹ ਫਲਾਣੇ ਦੇ ਕਿੰਨਾ ਇਕੱਠ ਹੈ, ਬਈ ਬੜੇ ਆਏ ਆ ਇਹਦੇ ਘਰ ਵਿੱਚ ਲੋਕ, ਤੇ ਉਹ ਰਿਸ਼ਤੇਦਾਰ ਸੱਦ ਕੇ ਉਹਨਾਂ ਦੀ ਪ੍ਰਾਹੁਣਚਾਰੀ ਵਿੱਚ ਰੁੱਝਿਆ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਵਿੱਚ ਹਨ, ਤੇ ਭਾਵਨਾ ਦੀ ਕਮੀ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਸਮੇਤ ਤੁਹਾਡੇ ਘਰ ਆਉਂਦੇ ਤੇ ਫਿਰ ਵੀ ਤੁਸੀਂ ਐਂ ਕਰਦੇ। ਜੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਘਰ ਆਉਣ ਤੇ ਫਿਰ ਵੀ ਤੁਸੀਂ ਕੁਰਸੀਆਂ 'ਤੇ ਬਹੁ ਮਹਾਰਾਜ ਦੇ ਸਾਹਮਣੇ। ਜੇ ਸਤਿਗੁਰੂ ਤੁਹਾਡੇ ਘਰ ਆਉਣ ਤੇ ਫਿਰ ਵੀ ਉੱਚੀ ਉੱਚੀ ਤਾੜੀਆਂ ਮਾਰ ਮਾਰ ਹੱਸੋ। ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਸਿੰਘ ਆਉਣ ਤੇ ਤੁਸੀਂ
ਕੋਈ ਆ ਭਈਆਂ ਤੋਂ ਤਿਆਰ ਕਰਾ ਕੇ ਫਿਰ ਉਹਨਾਂ ਨੂੰ ਪ੍ਰਸ਼ਾਦਾ ਛਕਾਓਗੇ। ਜੇ ਮਹਾਰਾਜ ਤੁਹਾਡੇ ਘਰ ਆਉਣ, ਨਾਲ ਸਿੰਘ ਆਉਣ, ਤੇ ਕੀ ਅਸੀਂ ਇਸ ਤਰ੍ਹਾਂ ਵਰਤਾਂਗੇ ਵੀ ਜਿਵੇਂ ਅਸੀਂ ਅਖੰਡ ਪਾਠ ਸਾਹਿਬ ਤੇ ਹੁਣ ਵਰਤਦੇ ਹਾਂ? ਇਹਦਾ ਸਿੱਧਾ ਸਿੱਧਾ ਅਰਥ ਇਹ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਕਲਗੀਧਰ ਪਾਤਸ਼ਾਹ ਨਹੀਂ ਮੰਨਦੇ, ਜਿਹਦੇ ਫਲ ਸਰੂਪ ਖਾਲਸਾ ਜੀ ਜੈਸਾ ਸੇਵੈ ਤੈਸੋ ਹੋਵੈ। ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਓ। ਤੋ ਭਗਤ ਫਰੀਦ ਸਾਹਿਬ ਜੀ ਦੀ ਬਾਬਤ ਕਹਿੰਦੇ ਆ, ਫਰੀਦਾ ਭਾਲੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕਿੱਕਰ ਬੀਜ ਕੇ ਜੇ ਆਖੇ ਮੈਨੂੰ ਕੋਈ ਬਜੌਰ ਦੇਸ਼ ਦੀਆਂ ਦਾਖਾਂ ਪ੍ਰਾਪਤ ਹੋਣ, ਇਹ ਤਾਂ ਝੂਠ ਹੈ ਨਾ। ਬੀਜੈ ਬਿਖ ਮੰਗੈ ਅੰਮ੍ਰਿਤ। ਤੋ ਇਸ ਤਰ੍ਹਾਂ ਦੀ ਹਾਲਤ ਹੈ। ਉਹ ਮਹਾਰਾਜ ਕਹਿੰਦੇ ਸੇਵਾ ਥੋੜ੍ਹੀ ਮੰਗਣ ਬਹੁਤ ਆ। ਸੇਵਾ ਹੈ ਨਹੀਂ ਤੇ ਮੰਗਦੇ ਵੱਡੀਆਂ ਦਾਤਾਂ। ਤੇ ਜੈਸਾ ਸੇਵਾ ਤੈਸੋ ਹੋਵੈ। ਤੇ ਇਹਦਾ ਸਿੱਧਾ ਅਰਥ ਇਹੋ ਹੀ ਆ ਵੀ ਸਾਡੀ ਮਨ ਵਿੱਚ ਉਹ ਹੈ ਨਹੀਂ ਵੀ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ 'ਚ ਫਰਕ ਸਮਝਦੇ ਹਾਂ। ਤੋ ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਨੇ ਉਪਦੇਸ਼ ਕੀਤਾ ਵੀ ਮਨ ਵਿੱਚ ਨਿਮਰਤਾ ਲਿਆ ਕਰਕੇ ਜਦੋਂ ਕੋਈ ਸੇਵਾ ਕਰੀਏ। ਜਿਵੇਂ ਆ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਇੱਥੇ ਫਰੀਦਕੋਟ ਹੀ ਰਾਜੇ ਨੇ। ਖਾਲਸਾ ਜੀ ਮਹਾਂਪੁਰਖਾਂ ਦਾ ਇੱਕ ਵਾਰੀ ਇਹਨਾਂ ਪ੍ਰਸ਼ਾਦਾ ਕੀਤਾ ਸੀ। ਉਦੋਂ ਫਰੀਦਕੋਟ ਰਾਜੇ ਕੇ ਹੈ ਸਨ ਤੇ 300-400 ਸਿੰਘ ਸੰਤ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਵਿਦਿਆਰਥੀ ਸਦਾ ਹੀ ਰਹਿੰਦਾ ਸੀ। ਤੇ ਸਾਧਨ ਕੋਈ ਬਹੁਤੇ ਨਹੀਂ ਸੀ, ਜਿਵੇਂ ਆ ਗੱਡਿਆਂ ਤੇ ਇਸ ਤਰ੍ਹਾਂ ਜਾਇਆ ਕਰਦੇ ਸੀ। ਉਹ ਸੁਭਾਅ ਉਹਨਾਂ ਦਾ ਇਹ ਹੁੰਦਾ ਸੀ ਵੀ ਉਹ ਕਥਾ ਲੜੀਵਾਰ ਜਥੇ 'ਚ ਹੁੰਦੀ ਸੀ। ਸਵੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਸ਼ਾਮ ਨੂੰ ਆ ਗੁਰ ਇਤਿਹਾਸ ਦੀ, ਗੁਰ ਪ੍ਰਤਾਪ ਸੂਰਜ ਗ੍ਰੰਥ ਦੀ, ਪੰਥ ਪ੍ਰਕਾਸ਼ ਦੀ, ਹੋਰ ਇਤਿਹਾਸਕ ਸਰੋਤਾਂ ਦੀ। ਅਤੇ ਜਿਨ੍ਹਾਂ ਕਥਾ ਕਰਾਉਣੀ ਹੁੰਦੀ ਸੀ ਉਹ ਆਪ ਜਾ ਕੇ ਅੱਗੋਂ ਟਰੈਕਟਰ ਟਰਾਲੀਆਂ 'ਤੇ ਜਾਂ ਉਦੋਂ ਗੱਡੇ ਹੁੰਦੇ ਸੀ, ਗੱਡਿਆਂ 'ਤੇ ਲੈ ਆਉਂਦੇ ਸੀ। ਅਤੇ ਜਦੋਂ 7-8 ਦਿਨ ਮਹਾਂਪੁਰਖਾਂ ਨੂੰ ਕਈ ਮਹੀਨਾ ਵੀ ਰੱਖਦੇ ਸੀ ਪਿੰਡਾਂ ਵਿੱਚ, ਉਦੋਂ ਉਹ ਲੰਗਰ ਦਾ ਉਹ ਬਸ ਇੰਨਾ ਕਹਿ ਦਿੰਦੇ ਸੀ ਵੀ ਸਾਡੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਆਪਦੇ ਪਿੰਡ ਨੂੰ, ਨਗਰ ਨੂੰ ਕਹੋ ਕਰ ਲੈਣ, ਵੀ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਦਿਓ ਅਤੇ ਕਥਾ ਸੁਣੀ ਜਾਓ ਬਈ। ਕਥਾ ਤਾਂ ਉਹਨਾਂ ਨੇ ਕਰਨੀ ਹੁੰਦੀ ਸੀ, ਚਲੋ ਨਗਰ ਵੀ ਸੁਣ ਲੈਂਦਾ ਸੀ, ਕਿਉਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਅਤੇ ਇਸ ਤਰ੍ਹਾਂ ਜਦੋਂ ਫਿਰ ਕਿਸੇ ਅਗਲੇ ਨਗਰ ਨੇ ਕਹਿਣਾ ਮਹਾਰਾਜ ਸਾਡੇ ਇੱਥੇ ਆਪ ਕਰੋ ਕਿਰਪਾ, ਕਥਾ ਸੁਣਾਓ, ਅਤੇ ਉਹਨਾਂ ਨਗਰ ਨੇ ਲੈ ਜਾਣਾ ਕਰਨਾ, ਵਿਦਿਆਰਥੀ ਵੀ ਲੱਦ ਕੇ ਗੱਡਿਆਂ 'ਤੇ, ਸਮਾਨ ਵੀ ਸਾਰਾ ਜਥੇ ਦਾ, ਅਤੇ ਗਿਆਨੀ ਜੀ ਮਹਾਂਪੁਰਖਾਂ ਵੀ ਉਹਨਾਂ ਦੇ ਨਾਲ ਨਗਰ ਫਿਰ ਅਗਲੇ ਪਿੰਡ ਚਲੇ ਜਾਣਾ, ਉੱਥੇ ਕੋਈ 10 ਦਿਨ ਰਹਿਣਾ, 15 ਵੀ। ਇਸ ਤਰ੍ਹਾਂ ਉਹ ਚੱਲਦੀ ਫਿਰਦੀ ਉਹ ਯੂਨੀਵਰਸਿਟੀ ਸੀ। ਗਿਆਨੀ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਵੇਲੇ ਵੀ ਇੱਦਾਂ ਹੀ ਰਿਹਾ, ਗਿਆਨੀ ਮੋਹਨ ਸਿੰਘ ਜੀ ਵੀ ਇਸ ਤਰ੍ਹਾਂ ਹੀ, ਅਤੇ ਹੋਰ ਇੱਥੇ ਗਿਆਨੀ ਕਰਤਾਰ ਸਿੰਘ ਜੀ ਤੱਕ ਇਉਂ ਸਾਧ ਸੰਗਤ ਜੀ ਜਥਾ ਵਿਚਰਦਾ ਰਿਹਾ। ਅਤੇ ਉਹ ਇੱਕ ਵਾਰੀ ਫਰੀਦਕੋਟੀ ਰਾਜੇ ਨੇ ਜਥੇ ਦਾ ਪ੍ਰਸ਼ਾਦਾ ਕੀਤਾ। ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਰਾਜਾ ਹੈ ਸੀ, ਅਤੇ ਉਹਨਾਂ ਨੂੰ ਕੀ ਨਾ ਕੋਈ ਗਿਆਨ ਸੀ ਇੰਨਾ, ਅਤੇ ਨਾ ਹੀ ਕੋਈ ਬਹੁਤੀ ਗਰਜ ਸਮਝਦੇ ਆ। ਉਹ ਪ੍ਰਸ਼ਾਦਾ ਵੀ ਫਿਰ ਰਾਜੇ ਬਣ ਕੇ ਛਕਾਉਂਦੇ ਆ ਨਾ, ਵੀ ਅਸੀਂ ਛਕਾ ਰਹੇ ਹਾਂ। ਉਹ ਨਹੀਂ ਨਾ ਜਾਣਦੇ ਵੀ ਦਾਣਾ ਪਾਣੀ ਗੁਰੂ ਦਾ। ਅਤੇ ਕੁਰਸੀਆਂ 'ਤੇ ਚੜ੍ਹ ਕੇ ਬੈਠੇ ਰਹੇ। ਉਹ 10 ਨੌਕਰਾਂ ਨੇ ਪ੍ਰਸ਼ਾਦਾ ਤਿਆਰ ਕੀਤਾ, ਉਹਨਾਂ ਹੀ ਛਕਾਇਆ ਸਾਰਾ, ਭਾਂਡੇ ਮਾਂਜੇ ਧੋਤੇ ਸਾਰੇ। ਜਦੋਂ ਅਰਦਾਸ ਹੋਈ ਅਤੇ ਰਾਜਾ ਉਦੋਂ ਰਾਣੀਆਂ ਸਮੇਤ ਲਾਗੇ ਆਵੇ, ਕਹਿੰਦਾ ਜੀ ਸਾਡੀ ਅਰਦਾਸ ਕਰੋ। ਉੱਥੇ ਸੰਤ ਸੁੰਦਰ ਸਿੰਘ ਜੀਆਂ ਫਿਰ ਅਰਦਾਸ ਕੀਤੀ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਦਾਣਾ ਪਾਣੀ ਤੁਹਾਡਾ ਆਪ ਜੀ ਦਾ, ਅਤੇ ਟਹਿਲ ਭਾਵਨਾ ਜਿਹੜੇ ਸਾਰੇ ਦਾਸੀਆਂ ਜਿਨ੍ਹਾਂ ਨੇ ਮਹਾਰਾਜ
ਹੱਥਾਂ ਕਰਕੇ ਸੇਵਾ ਕੀਤੀ, ਕਿਸੇ ਪ੍ਰਸ਼ਾਦਾ ਪਕਾਇਆ, ਕਿਸੇ ਦਾਲਾ ਬਣਾਇਆ, ਕਿਸੇ ਬਰਤਨ ਸਾਫ਼ ਕੀਤੇ। ਮਹਾਰਾਜ ਜਿਨ੍ਹਾਂ ਸੇਵਾ ਕੀਤੀ ਉਹ ਹੱਥ ਸਫਲੇ ਕਰਨੇ ਤੇ ਚੜ੍ਹਦੀ ਕਲਾ ਇਹਨਾਂ ਨੂੰ, ਤੰਦਰੁਸਤੀਆਂ ਦੀ ਦਾਤ ਮਹਾਰਾਜ ਜੋ ਮੰਗਣ ਉਸ ਗੁਰਮਤ ਅਨੁਸਾਰ ਸੇਵਾ ਕਰਨ ਵਾਲਿਆਂ ਨੂੰ ਬਖਸ਼ਣੇ। ਇਹ ਰਾਜਾ ਫਰੀਦਕੋਟੀਆ ਵੇਖੇ ਤਾਂ ਠਾਂ ਵੀ ਸਾਡੇ ਵਾਸਤੇ ਕੁਝ ਵੀ ਨਹੀਂ। ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਹਾਰਾਜ ਵੀ ਸਾਨੂੰ ਕੀ ਮਿਲਿਆ ਇਹਦੇ ਚੋਂ। ਤੇ ਸੰਤ ਸੁੰਦਰ ਸਿੰਘ ਜੀ ਕਹਿੰਦੇ ਵੀ ਰਾਜੇ ਵੀ ਅੰਨ ਪ੍ਰਸ਼ਾਦਾ ਜਿਹੜਾ ਰਸਤਾ ਹੈ ਇਹ ਤੈਨੂੰ ਕਿਹਨੇ ਦਿੱਤੀ ਹੈ। ਕਹਿੰਦੇ ਜੀ ਪਰਮੇਸ਼ਰ ਨੇ। ਤੇ ਕਹਿੰਦੇ ਪਕਾਈ ਕਿਹਨੇ। ਕਹਿੰਦੇ ਜੀ ਇਹਨਾਂ ਨੇ। ਤੇ ਉਹ ਕਹਿੰਦੇ ਤੂੰ ਕੀ ਕੀਤਾ। ਤੇ ਫਿਰ ਚਰਨੀ ਪੈ ਗਿਆ ਸੀ। ਕਹਿੰਦਾ ਮਹਾਰਾਜ ਭੁੱਲ ਹੋ ਗਈ ਵੀ ਤੈਨੂੰ ਸੇਵਾ ਮਿਲਣੀ ਹੈ ਉਹ ਤਾਂ ਕੀਤੀ ਨਹੀਂ। ਵੀ ਰਿਜ਼ਕ ਤਾਂ ਤੂੰ ਰਾਜਾ ਤੈਨੂੰ ਦੇਤਾ, ਰਿਜ਼ਕ ਤਾਂ ਸਾਰੇ ਸੰਸਾਰ ਨੂੰ ਪਰਮੇਸ਼ਰ ਦਿੰਦਾ। ਜਲ ਵਿੱਚ ਜੰਤੋ ਪਾਏ ਕਿਆ ਤਿੰਨਾ ਪੇ ਰੋਜੀ ਦੇ। ਉਹ ਤਾਂ ਜਲ ਵਿੱਚ ਵੀ ਜਿੱਥੇ ਕੋਈ ਹੱਟ ਨਹੀਂ, ਕੋਈ ਫੈਕਟਰੀ ਨਹੀਂ, ਉਹਨਾਂ ਨੂੰ ਵੀ ਸੰਭਾਲਦਾ ਪਰਮੇਸ਼ਰ। ਤਾਂ ਇਹ ਤਾਂ ਰੋਜੀ ਤਾਂ ਉਸੇ ਦੀ ਦਿੱਤੀ ਹੈ। ਤੁਹਾਨੂੰ ਰਾਣੀਆਂ ਨੂੰ ਮਿਲਣਾ ਸੀਗਾ, ਸੇਵਾ ਕੀਤੀ ਤੇ ਉਹ ਤੁਸੀਂ ਭਾਈ ਕੁਰਸੀਆਂ 'ਤੇ ਚੜ੍ਹ ਕੇ ਬੈਠੇ ਰਹੇ। ਫਿਰ ਦੱਸਦੇ ਆ ਵੀ ਉਹਨੇ ਦੁਬਾਰਾ ਖਾਲਸਾ ਜੀ ਫਿਰ ਸਿੰਘਾਂ ਦਾ ਪ੍ਰਸ਼ਾਦਾ ਪਾਣੀ ਕੀਤਾ। ਰਾਣੀਆਂ ਆਪ ਲੱਗੀਆਂ ਸਨ ਤੇ ਰਾਜਾ ਆਪ ਵਰਤਾਵਾ ਲੱਗਿਆ ਕਮਰ ਕਸਾ ਕਰਕੇ। ਸਿੰਘਾਂ ਦੇ ਭਾਂਡੇ ਮਾਂਜੇ ਫਰੀਦਕੋਟੀਏ ਰਾਜੇ ਨੇ ਰਾਣੀਆਂ ਸਮੇਤ। ਤੇ ਅਰਦਾਸ ਫਿਰ ਉਹੀ ਕੀਤੀ ਮਹਾਰਾਜ ਜਿਹੜੇ ਹੱਥ ਸੇਵਾ ਕੀਤੀ ਉਹ ਹੱਥ ਸਫਲੇ ਕਰਨੇ ਤੇ ਮਨੋਕਾਮਨਾਵਾਂ ਪੂਰਨ ਕਰਨੀਆਂ। ਫਿਰ ਕੋਈ ਦੱਸਦੇ ਦਾ ਪੁੱਤਰ ਘਰ ਵਿੱਚ ਕੋਈ ਔਲਾਦ ਨਹੀਂ ਸੀ ਹੈ ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਨੂੰ ਭਾਗ ਲਾਏ ਸਨ। ਤੋ ਇਸ ਤਰ੍ਹਾਂ ਖਾਲਸਾ ਜੀ ਵੀ ਉਹ ਮਹਾਰਾਜ ਨੇ ਦੱਸਿਆ ਵੀ ਜੇ ਘਰ ਵਿੱਚ ਰਿਜ਼ਕ ਹੈ ਉਹ ਤਾਂ ਪਰਮੇਸ਼ਰ ਦਾ ਦਿੱਤਾ ਹੈ ਤੇ ਉਹ ਰਿਜ਼ਕ ਸਫਲਾ ਤਾਂ ਹੈ ਖਾਵੈ ਖਰਚੈ ਰਲ ਮਿਲ ਪਾਈ ਤੋਟ ਨਾ ਆਵੇ ਵੱਧ ਦੋ ਜਾਈ। ਵੀ ਜਿਹੜੇ ਘਰ ਵੰਡ ਕੇ ਛਕਦੇ ਆ ਉੱਥੇ ਗੁਰੂ ਨਾਨਕ ਪਾਤਸ਼ਾਹ ਸਦਾ ਵਰਤਦੇ ਹੈ। ਤੋਟ ਅੰਨ ਧਨ ਦੀ ਆਉਂਦੀ ਨਹੀਂ। ਬਾਕੀ ਜਦੋਂ ਛਕਾਉਣਾ ਹੈ ਤੇ ਭਾਵਨਾ ਮਾਰੇ ਕਹਿੰਦੇ ਭਾਈ ਪੈੜਾ ਜੀ ਰੱਖਣੀ ਵੀ ਸਾਡੇ ਘਰੇ ਧੰਨ ਗੁਰੂ ਨਾਨਕ ਪਾਤਸ਼ਾਹ ਆਏ ਸਿੱਖਾਂ 'ਤੇ ਐ ਭਾਵਨਾ ਰੱਖਣੀ ਹੈ। ਤੋ ਇਸ ਤਰ੍ਹਾਂ ਮਹਾਰਾਜ ਨੇ ਫਿਰ ਦੱਸਿਆ, ਇਹਨਾਂ ਨੂੰ ਉਪਦੇਸ਼ ਦਿੱਤਾ। ਇਹਨਾਂ ਨੇ ਵੀ ਖਾਲਸਾ ਜੀ ਕਮਾਈ ਕੀਤੀ, ਉਹ ਸਿੱਖਿਆ ਮੰਨ ਕੇ ਛੱਡੀ ਨਾ। ਘਰ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰ ਕਰ ਛਕਾਉਂਦੇ ਆ। ਇੱਕ ਵਾਰੀ ਤਾਂ ਪਰਖ ਕੀਤੀ ਮਹਾਰਾਜ ਨੇ, ਸਭ ਕੁਝ ਵਿਕ ਗਿਆ ਸੀ ਇਹਨਾਂ ਦਾ। ਕਰਜ਼ਾ ਲੈ ਲੈ ਕੇ ਵੀ ਲੰਗਰ ਲਾਏ ਇਹਨਾਂ ਨੇ। ਤੇ ਫਿਰ ਇਹੋ ਜਿਹੀ ਕਲਾਵਰਤੀ ਗੁਰਜੀ ਭਰੀ ਹੋਈ ਮੋਹਰਾਂ ਦੀ ਲੱਭੀ। ਕਰਜ਼ਾ ਵੀ ਲੈ ਗਿਆ ਸਾਰਾ ਤੇ ਲੰਗਰ ਵੀ ਤੇ ਕਾਰੋਬਾਰ ਵੀ ਬੜਾ ਸਿਖਰਾਂ 'ਤੇ ਚੜ੍ਹਿਆ। ਮਹਾਰਾਜ ਦੇ ਦਰਸ਼ਨ ਕਰਨ ਫਿਰ ਅੰਮ੍ਰਿਤਸਰ ਸਾਹਿਬ ਆਏ ਤੇ ਹਜ਼ੂਰ ਨੂੰ ਦੱਸਿਆ ਵੀ ਮਹਾਰਾਜ ਆਹ ਕੌਤਕ ਵਰਤਿਆ। ਮਹਾਰਾਜ ਕਹਿੰਦੇ ਭਾਈ ਵਰਤਿਆ ਨਹੀਂ ਤਾਂ ਵਰਤਾਇਆ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ। ਵੀ ਜਿਹੜੇ ਘਰ ਕਿਸੇ ਭੁੱਖੇ ਤੇ ਨੰਗੇ ਵਾਸਤੇ ਦਰਵਾਜ਼ਾ ਖੁੱਲ੍ਹਾ ਰੱਖਦੇ ਆ, ਗੁਰੂ ਨਾਨਕ ਪਾਤਸ਼ਾਹ ਉਹਦੇ ਵਾਸਤੇ ਖਜ਼ਾਨਾ ਵੀ ਖੁੱਲ੍ਹਾ ਰੱਖਦੇ ਆ। ਤੋ ਇਸ ਤਰ੍ਹਾਂ ਦੀ ਸਿੱਖਿਆ ਆਪਾਂ ਜਿਵੇਂ ਮਹਾਰਾਜ ਦੇ ਮੁਖਾਰ ਬਿੰਦ ਤੋਂ ਕਵੀ ਜੀਆਂ ਕਹਾਈ ਸੁਣੀ ਹੈ। ਅੱਗੇ ਜਿਵੇਂ ਦੋ ਵਿਦਵਾਨ ਖਾਲਸਾ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਆਏ, ਇਹਨਾਂ ਨੂੰ ਸਤਿਗੁਰਾਂ ਸ਼ੁਭ ਸਿੱਖਿਆ ਉਪਦੇਸ਼ ਬਖਸ਼ੀਓ। ਕਥਾ ਜਿਵੇਂ ਪ੍ਰਸੰਗ ਆਉਂਦਾ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਸਤਿਗੁਰਾਂ ਨੂੰ ਹਿਰਦੇ ਵਸਾਉਂਦਿਆਂ ਹੋਏ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿੰਗਰਣ ਹੁਤੇ ਸੁਜਾਤ ਕੇ। ਕਹਿੰਦੇ ਚਿੰਗਰਣ ਜਾਤ ਦੇ ਜਿਹੜੇ ਦੋ ਵਿਦਵਾਨ ਹੈ ਸਨ, ਬਾਲਾ ਕ੍ਰਿਸ਼ਨਾ ਨਾਮ। ਤੇ ਬਾਲਾ ਇੱਕ ਦਾ ਦੂਸਰੇ ਦਾ ਨਾਮ ਕ੍ਰਿਸ਼ਨਾ ਹੈ। ਸੰਸਕ੍ਰਿਤ ਵਿਦਿਆ ਵਿਖੈ। ਇਹ ਸੰਸਕ੍ਰਿਤ ਬਹੁਤ ਪੜ੍ਹੇ ਹੋਏ ਸੀ। ਤੋ ਜਿਹੜੀ ਸੰਸਕ੍ਰਿਤ ਦੀ ਕੋਈ ਵਿਦਿਆ ਵਦਾਂਤ ਸ਼ਾਸਤਰਾਂ ਦੀ ਜੋ ਵੀ ਭਾਸ਼ਾ ਹੈ। ਪੰਡਿਤ ਬੱਡ ਅਭਿਰਾਮ। ਇਹਦੇ ਵਿੱਚ ਬੜੇ ਪੰਡਿਤ ਸਨ, ਬੜੇ ਵਿਦਵਾਨ ਪਹੁੰਚੇ ਹੋਏ ਸਨ ਤੇ ਬਹੁਤ ਸੁੰਦਰ ਕਥਾ ਕਰਨ ਵਾਲੇ ਹੈ। ਚਉਪਈ ਜੋ ਸਭ ਕਥਾ ਕਰਤ ਨਰ ਮਾਹੀ। ਤੇ ਕਹਿੰਦੇ ਜਦੋਂ ਇਹ ਦੋਵੇਂ
ਇਹ ਕੋਈ ਕ੍ਰਿਸ਼ਨਾ ਨਾਮ ਦਾ ਤੇ ਬਾਲਾ ਨਾਮ ਦਾ ਦੋਵੇਂ ਪੰਡਤ ਵਿਦਵਾਨ ਜਦੋਂ ਸੰਗਤ ਵਿੱਚ ਕਥਾ ਕਰਦੇ ਸਨ ਸੁਣਹਿ ਬ੍ਰਿੰਦ ਔਰ ਹਰਖ ਤੇ ਉਪਾਹੀ। ਜਿਹੜਾ ਵੀ ਇਹਨਾਂ ਦੀ ਕਥਾ ਸੁਣਦਾ ਸੀ ਸੁਣਦਾ ਰਹਿ ਜਾਂਦਾ ਸੀ। ਬਹੁਤ ਵਿਦਵਾਨ ਵਿਦਿਆ ਕਮਾਈ ਹੋਈ ਸੀ। ਸਰੋਤੇ ਬਹੁਤ ਸੁਣਨਾ ਪਸੰਦ ਕਰਦੇ ਸੀ, ਇਹਨਾਂ ਨੂੰ ਖੁਸ਼ ਹੁੰਦੇ ਸਨ ਆਛੀ ਰੀਤ ਸੁਨਾਵਣ ਤੇ ਕਰਹੀ। ਚੰਗੀ ਤਰ੍ਹਾਂ ਸਭ ਨੂੰ ਕਥਾ ਕੋ ਪ੍ਰਸੰਗ ਪ੍ਰਮਾਣਾ ਸਹਿਤ ਐਨ ਸਮਝਾ ਦਿੰਦੇ ਸੀ। ਸੁੰਦਰ ਕਥਾ ਕਰਦੇ ਸਨ ਰੀਜਹਿ ਸਗਰੇ ਸੋ ਜਸ ਤੇ ਉਚਰਹੀ। ਜੋ ਵੀ ਇਹਨਾਂ ਦੀ ਕਥਾ ਸੁਣਦੇ ਸੀ ਸਰੋਤੇ ਬਹੁਤ ਬੜੇ ਖੁਸ਼ ਹੁੰਦੇ ਸੀ ਸੁਣ ਕੇ। ਇਹਨਾਂ ਦੋਹਾਂ ਦੀ ਬੜੀ ਸੋਭਾ ਗਾਉਂਦੇ ਸਨ। ਤਿਨਹਾ ਪਿਖੇ ਸਿੱਖ ਜਾਤ ਤੇ ਕਨੇਰੇ। ਇਹਨਾਂ ਨੇ ਇੱਕ ਵਾਰੀ ਵੇਖੇ ਵੀ ਇਧਰ ਅੰਮ੍ਰਿਤਸਰ ਸਾਹਿਬ ਵੱਲ ਨੂੰ ਬੜੇ ਸਿੱਖ ਜਾਂਦੇ ਆ, ਵੀ ਰੋਜ਼ ਹੀ ਕੋਈ ਨਾ ਕੋਈ ਜਥਾ ਬੰਨ੍ਹ ਕੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨਾਂ ਨੂੰ ਜਾ ਰਿਹਾ ਹੈ। ਬਾਂਛਤ ਪਾਏ ਗੁਰੂ ਮੁਖ ਹੇਰੇ। ਤੇ ਸੁਣਿਆ ਵੀ ਸਿੱਖ ਜਿਹੜੇ ਅੰਮ੍ਰਿਤਸਰ ਜਾਂਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਉਹਨਾਂ ਦੀ। ਸਤਿਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਦੇ ਨਾਲ ਮਨ ਇੱਛਤ ਦਾਤ ਪ੍ਰਾਪਤ ਕਰ ਲੈਂਦੇ ਆ। ਸੁਣ ਉਪਦੇਸ਼ ਤਿਆਗ ਲੱਭ ਰੋਸ। ਤੇ ਇਸ ਤਰ੍ਹਾਂ ਫਿਰ ਸੁਣ ਕੇ ਨਾ ਉਪਦੇਸ਼ ਤੇ ਜਿਹੜਾ ਹੈ ਇਹ ਲਾਲਚ ਤੇ ਗੁੱਸਾ ਇਹਨਾਂ ਨੇ ਛੱਡ ਦਿੱਤਾ। ਵੀ ਸੁਣਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕੋਈ ਉਪਦੇਸ਼ ਸੁਣ ਲਵੇ ਉਹਨੂੰ ਲਾਲਚ ਵੀ ਨਹੀਂ ਰਹਿੰਦਾ ਤੇ ਕਾਮ ਕ੍ਰੋਧ ਮੋਹ ਹੰਕਾਰ ਵੀ ਛੁੱਟ ਜਾਂਦਾ ਹੈ। ਤਰਹਿ ਹਿਰਦੈ ਮਹਿ ਸਤ ਸੰਤੋਸ਼। ਤੇ ਸਿੱਖ ਜਿੱਡਾ ਮਰਜੀ ਜਾਂ ਕੋਈ ਮਨੁੱਖ ਵਕਰਮੀ ਜਾਂ ਕੋਈ ਪਾਪੀ ਹੋਵੇ ਵਿਸ਼ਈ, ਸਤਿਗੁਰਾਂ ਦੇ ਦਰਸ਼ਨ ਦੇ ਨਾਲ ਉਹਨੂੰ ਸੰਤੋਖ ਆ ਜਾਂਦਾ ਹੈ, ਰੱਜ ਪੁੱਜ ਜਾਂਦਾ ਹੈ ਤੇ ਬੜੀ ਸ਼ਾਂਤੀ ਮਿਲ ਜਾਂਦੀ ਹੈ। ਇਤਿਆਦਿਕ ਗੁਣ ਹਿਰਦੈ ਵਿਚਾਰੇ। ਤੋ ਇਸ ਤਰ੍ਹਾਂ ਖਾਲਸਾ ਜੀ ਇਹਨਾਂ ਨੇ ਸੁਣਿਆ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸੋਭਾ ਮਨ ਵਿੱਚ ਵਿਚਾਰੀ ਵੀ ਉੱਥੇ ਜਾਣਾ ਆਪਾਂ ਨੂੰ ਵੀ ਚਾਹੀਦਾ। ਜਿਨ੍ਹਾਂ ਦੇ ਦਰਸ਼ਨ ਕਰਿਆ ਸੰਤੋਖ ਆਉਂਦਾ ਹੈ, ਵਿਸ਼ੇ ਨਾਸ ਹੋ ਜਾਂਦੇ ਹਨ। ਗੁਰ ਦਰਸ਼ਨ ਕੇ ਹੇਤ ਸਿਧਾਰੇ। ਦੋਵੇਂ ਬਾਲਾ ਕ੍ਰਿਸ਼ਨ ਦੋਵੇਂ ਕਰਕੇ ਸਲਾਹ ਖਾਲਸਾ ਜੀ ਤੇ ਅੰਮ੍ਰਿਤਸਰ ਸਾਹਿਬ ਨੂੰ ਆ ਤੁਰੇ ਐ। ਸ਼੍ਰੀ ਅਰਜਨ ਕੇ ਢਿਗ ਚੱਲ ਆਏ। ਅੰਮ੍ਰਿਤਸਰ ਸਾਹਿਬ ਸਤਿਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਨੂੰ ਸੋਭਾ ਸੁਣ ਕੇ ਪਹੁੰਚੇ ਹਨ। ਨਮੋ ਠਾਣ ਬੈਠੇ ਸਮੁਹਾਏ। ਆਏ ਗਰੀਬ ਨਵਾਜ ਦੇ ਦਰਸ਼ਨ ਕੀਤੇ, ਨਮਸਕਾਰ ਕਰਕੇ ਬੈਠ ਗਏ ਸੰਗਤਾਂ ਵਿੱਚ। ਬੋਲੇ ਬਾਹਰ ਆਪ ਸਤਿਗੁਰ ਹੋ। ਤੇ ਫਿਰ ਹੱਥ ਜੋੜ ਕੇ ਬੋਲਣ ਲੱਗੇ, ਹੇ ਸੱਚੇ ਪਾਤਸ਼ਾਹ, ਬੇਨਤੀ ਹੈ ਮਹਾਰਾਜ ਜੀ ਤੁਸੀਂ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਪੰਜਵੇਂ ਵਾਰਸ ਹੋ। ਉਪਦੇਸ਼ੋ ਗੁਣ ਸਿੱਖਣ ਔਰ ਹੋ। ਮਹਾਰਾਜ ਤੁਸੀਂ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ ਤੇ ਸਿੱਖਾਂ ਨੂੰ ਸਿੱਖਿਆ ਦਿੰਦੇ ਹੋ ਤੇ ਜਿੰਨੇ ਗੁਣਾਂ ਦਾ ਉਪਦੇਸ਼ ਮਹਾਰਾਜ ਦੇਣ ਵਾਲੇ ਹੋ, ਜਾਂ ਸਭ ਦੇ ਮਨ ਨੂੰ ਵੇਖ ਕੇ ਸਿੱਖਾਂ ਦੇ ਹਿਰਦੇ ਵਿੱਚ ਗੁਣਾਂ ਨੂੰ ਵੇਖ ਕੇ ਤੇ ਜਾਂ ਗੁਣਾਂ ਦਾ ਧਾਰਨ ਕਰਨ ਵਾਲਾ ਸਿੱਖ ਵੇਖ ਕੇ, ਅਧਿਕਾਰੀ ਵੇਖ ਕੇ ਤੇ ਗੁਣਾਂ ਦੇ ਨਾਲ ਭਰਿਆ ਹੋਇਆ ਜੜਿਆ ਹੋਇਆ ਉਪਦੇਸ਼ ਸਿੱਖਿਆ ਦਿੰਦੇ ਹੋ। ਖਸ਼ਟ ਸ਼ਾਸਤਰਣ ਮਤ ਕੋ ਜਾਣੈ ਹੈ। ਤੇ ਮਹਾਰਾਜ ਆਪ ਜੀ ਤਾਂ ਸਾਰੇ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਵੀ ਜਾਣਨ ਵਾਲੇ, ਵੀ ਆਪ ਤਾਂ ਸਰਬ ਵੇਦਾਂ ਸ਼ਾਸਤਰਾਂ ਦੇ ਗਿਆਤਾ ਹੋ। ਕਥਾ ਪੁਰਾਣ ਮਹਾਨ ਬਖਾਨੈ ਹੈ। ਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਬੜੇ ਦਇਆ ਨਿਧੋ ਤੇ ਗਰੀਬ ਨਵਾਜ ਜੀ, ਅਸੀਂ ਮਹਾਰਾਜ ਤੁਹਾਡੇ ਅੱਗੇ ਬੇਨਤੀ ਕਰਨ ਆਏ ਵੀ ਅਸੀਂ 6 ਸ਼ਾਸਤਰ ਪੜ੍ਹੇ ਹੋਏ ਆ, ਚੰਗੀ ਤਰ੍ਹਾਂ 6 ਸ਼ਾਸਤਰਾਂ ਦੇ ਸਿਧਾਂਤ ਨੂੰ ਵੀ ਜਾਣਦੇ ਹਾਂ ਤੇ ਕਥਾ ਪੁਰਾਣਾ ਸ਼ਾਸਤਰਾਂ ਦੀ ਬੜੀ ਸੋਹਣੀ ਕਰ ਲੈਂਦੇ ਹਾਂ। ਸਰੋਤਾ ਕੋ ਹਮ ਦੇਤ ਰਿਝਾਏ। ਜਦੋਂ ਅਸੀਂ ਕਥਾ ਕਰਦੇ ਹਾਂ ਤੇ ਸੁਣਨ ਵਾਲੇ ਬਹੁਤ ਖੁਸ਼ ਹੁੰਦੇ ਆ, ਸਾਡੀ ਕਥਾ ਸੁਣ ਸੁਣ ਕੇ ਬੜੇ ਰੀਝ ਜਾਂਦੇ ਹਨ। ਸਰਬ ਪ੍ਰਸੰਨ ਹੈ ਸੋ ਜਸ ਅਲਾਏ। ਤੇ ਸਾਡੀ ਸੋਭਾ ਕਰਦੇ ਆ, ਜੋ ਵੀ ਸਾਨੂੰ ਸੁਣਦਾ ਹੈ ਕਹਿੰਦੇ ਵਾਹ ਬਹੁਤ ਵਿਦਵਾਨ ਸੁੰਦਰ ਕਥਾ ਕਰਨ ਵਾਲੇ। ਸਾਡੀ ਸਾਰੇ ਸਰੋਤੇ ਜਿਹੜੇ ਸੁਣਨ ਵਾਲੇ ਬੜੀ ਸੋਭਾ ਗਾਉਂਦੇ ਹਨ। ਤਉ ਹਮਾਰੇ ਮਨ ਮਹਿ ਸ਼ਾਂਤ। ਪਰ ਮਹਾਰਾਜ ਭਾਵੇਂ ਵੇਦਾਂ ਸ਼ਾਸਤਰਾਂ ਦੀ ਕਥਾ ਵੀ ਕਰਦੇ ਹਾਂ, ਸਿਧਾਂਤ ਵੀ ਜਾਣਦੇ, ਪਰ ਸਾਡੇ ਮਨ ਨੂੰ ਸ਼ਾਂਤੀ ਹੈ ਨਹੀਂ। ਨਹਿ ਉਪਜਤ ਹੋਏ ਮਤ ਅਵਦਾਤ। ਤੇ ਜਿਹੜੀ ਮਹਾਰਾਜ ਉਹ ਸ਼ਾਂਤੀ ਹੈ ਨਾ, ਜਾਂ ਕੋਈ ਜਿਹੜੀ ਜੀਵ ਈਸ਼ ਦੀ ਏਕਤਾ ਵਾਲੀ ਆਤਮ ਵਿਸ਼ਾਣੀ ਬੁੱਧ ਹੈ, ਉਹ ਨਹੀਂ ਮਹਾਰਾਜ ਸਾਡੇ ਹਿਰਦੇ ਵਿੱਚ ਪੈਦਾ ਹੋ ਰਹੀ। ਤੇ ਗਰੀਬ ਨਵਾਜ ਉਜਲ ਬੁੱਧੀ
ਹੋਵੇ, ਸਾਡੇ ਅੰਦਰ ਵੀ ਸ਼ਾਂਤੀ ਪੈਦਾ ਹੋਵੇ। ਇਹ ਗੱਲ ਨਹੀਂ ਹੈ ਕਥਨੀ ਹੈ ਮਹਾਰਾਜ, ਸਾਨੂੰ ਕੋਈ ਸ਼ਾਂਤੀ ਤੇ ਸਹਿਜ ਨਹੀਂ ਪ੍ਰਾਪਤ ਹੁੰਦਾ ਹੈ। ਸਿੱਖ ਆਪ ਕੇ ਸ਼ਾਂਤੀ ਪਾਏ। ਤੇ ਮਹਾਰਾਜ ਅਸੀਂ ਤਾਂ ਵੇਦ ਸ਼ਾਸਤਰ ਪੜ੍ਹ ਕੇ ਵੀ ਜਿਹੜਾ ਉਹ ਐਵੇਂ ਭਟਕਦੇ ਫਿਰਦੇ ਆ, ਵਿਸ਼ਈ ਹੋਏ ਫਿਰਦੇ ਆ। ਤੇ ਜਦੋਂ ਤੁਹਾਡੇ ਸਿੱਖਾਂ ਨੂੰ ਵੇਖੀਦਾ ਤਾਂ ਮਹਾਰਾਜ ਅਨਪੜ੍ਹ ਸਿੱਖ ਜਿਹੜੇ ਵਾ ਵੱਡੀ ਸ਼ਾਂਤੀ ਪ੍ਰਾਪਤ ਕਰੀ ਫਿਰਦੇ ਆ। ਇਹਨਾਂ ਦਾ ਸਹਿਜ ਵੇਖ ਕੇ ਸਾਨੂੰ ਮਹਾਰਾਜ ਬਹੁਤ ਆਪਦੇ ਆਪ ਤੇ ਲੱਜਾ ਆਉਂਦੀ ਹੈ, ਦੁੱਖ ਆਉਂਦਾ ਹੈ। ਅਜਮਤ ਜੁਤ ਲਹਿ ਗੁਣ ਸਮੁਦਾਏ। ਵੀ ਇਹਨਾਂ ਨੇ ਤਾਂ ਸਾਰੇ ਗੁਣ ਪ੍ਰਾਪਤ ਕੀਤੇ ਹੋਏ ਆ, ਜਿਹੜੇ ਦੈਵੀ ਗੁਣ ਹੈ, ਸਤ ਸੰਤੋਖ ਦਇਆ ਧਰਮ ਖਿਮਾ ਅਹਿੰਸਾ, ਸਾਰੇ ਗੁਣ ਵੀ ਧਾਰਨ ਕੀਤੇ ਤੁਹਾਡੇ ਸਿੱਖਾਂ ਨੇ। ਤੇ ਨਾਲ ਬੜੇ ਕਰਾਮਾਤ ਵਾਲੇ ਸਿੱਖ ਹਨ। ਕਿਰਪਾ ਕਰਹੁ ਇਹ ਭੇਦ ਬਤਾਵੋ। ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਇਹ ਭੇਦ ਦੱਸੋ ਵੀ ਇਹ ਸ਼ਾਂਤੀ ਤੇ ਦੈਵੀ ਜਿਹੜੇ ਗੁਣ ਹੈ, ਸਤ ਸੰਤੋਖ ਧਰਮ ਮਹਾਰਾਜ, ਉਹ ਕਿੱਥੋਂ ਪ੍ਰਾਪਤ ਹੁੰਦੇ ਹਨ। ਹਿਰਦੈ ਹਮਾਰੇ ਸ਼ਾਂਤ ਉਪਾਵੋ। ਕਿਰਪਾ ਕਰੋ ਸਾਨੂੰ ਵੀ ਕੋਈ ਮਹਾਰਾਜ ਇਹੋ ਜੀ ਸਿੱਖਿਆ ਬਖਸ਼ੋ, ਸਾਡੇ ਵੀ ਹਿਰਦੇ ਵਿੱਚ ਸ਼ਾਂਤੀ ਪੈਦਾ ਕਰ ਦਿਓ ਜੀ। ਸੁਣ ਸ਼੍ਰੀ ਮੁਖ ਤੇ ਬਾਕ ਬਖਾਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੁਣ ਕੇ ਨੰਦੋਂ ਅੰਬਾਲਾ ਤੇ ਕ੍ਰਿਸ਼ਨ ਪੰਡਤ ਤੋਂ ਇਸ ਤਰ੍ਹਾਂ ਇਹਨਾਂ ਨੂੰ ਉਪਦੇਸ਼ ਦਿੱਤਾ ਹੈ। ਮਨ ਕਾਰਨ ਗੁਣ ਅਵਗੁਣ ਜਾਨਾ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਹੈ ਵੀ ਜਿਹੜੇ ਗੁਣ ਔਗਣ ਦਾ ਕਾਰਨ ਹੈ ਨਾ, ਉਹ ਮਨ ਹੀ ਜਾਣਿਆ ਜਾਂਦਾ। ਵੀ ਜੇ ਕੋਈ ਕਿਸੇ 'ਚ ਗੁਣ ਹੈ ਉਹਦੇ ਗੁਣ ਵੀ ਮਨ ਕਰਕੇ ਹੈ, ਤੇ ਜਿੰਨੇ ਉਹਦੇ ਵਿੱਚ ਔਗਣ ਹੈ ਔਗਣ ਵੀ ਮਨ ਕਰਕੇ ਹੁੰਦੇ ਹੈ। ਵੀ ਮਨ ਹੀ ਮੁੱਢ ਹੈ ਗੁਣਾਂ ਦਾ ਔਗਣਾਂ ਦਾ। ਵਿਦਿਆ ਪਠਨ ਲੱਗੇ ਤੁਮ ਜਬ ਤੇ। ਗੱਲ ਇਹ ਹੈ ਵੀ ਤੁਸੀਂ ਜਦੋਂ ਤੋਂ ਲੈ ਕੇ ਭਾਵ ਕਈ ਸਾਲ ਪਹਿਲਾਂ ਬਚਪਨ ਵਿੱਚ ਹੀ ਇਹ ਵਿਦਿਆ ਤੁਸੀਂ ਪੜ੍ਹਨ ਲੱਗ ਪਏ ਸੀ, ਸੰਸਕ੍ਰਿਤੀ ਆਦਿਕ ਜੋ ਵੀ ਧਰਮ ਦੇ ਸ਼ਾਸਤਰ ਗ੍ਰੰਥ। ਮਨ ਤ੍ਰਿਸ਼ਨਾ ਉਪਜਾਏ ਸਤਬ ਤੇ ਤੇ। ਤੁਸੀਂ ਲੱਗੇ ਹੀ ਤਾਂ ਸੀ ਵੀ ਚਲੋ ਵੱਡੇ ਜਦੋਂ ਵਿਦਵਾਨ ਬਣ ਜਾਵਾਂਗੇ ਤੇ ਉਦੋਂ ਪੈਸਾ ਮਾਇਆ ਕਮਾਵਾਂ ਕਰਾਂਗੇ ਕਥਾ ਕਰ ਕਰਕੇ। ਵੀ ਤੁਹਾਡੇ ਮਨ ਵਿੱਚ ਉਦੋਂ ਤੋਂ ਹੀ ਤ੍ਰਿਸ਼ਨਾ ਲੱਗੀ ਹੋਈ ਸੀ। ਤੁਸੀਂ ਇਹ ਕੰਮ ਜਿਹੜਾ ਜਾਂ ਕਥਾ ਕਰਨੀ ਆਰੰਭੀ ਤਾਂ ਕੀਤੀ ਸੀ ਵੀ ਮਾਇਆ ਕਮਾਇਆ ਕਰਾਂਗੇ। ਬੜੇ ਪੁਰਾਣੇ ਸਮੇਂ ਤੋਂ ਤੁਹਾਡੇ ਮਨ ਵਿੱਚ ਜਿਹੜੀ ਤ੍ਰਿਸ਼ਨਾ ਮਾਇਆ ਦੀ ਲੱਗੀ ਹੋਈ ਹੈ। ਬਹੁ ਵਿਦਿਆ ਹਮ ਪਠਹਿ ਬਨਾਏ। ਤੇ ਇਸ ਤਰ੍ਹਾਂ ਜਿਹੜੀ ਵੈ ਬੜੀ ਵਿਦਿਆ ਹਮ ਨਹੀਂ ਤੁਮ ਹੋਊਗਾ। ਅੱਛਾ, ਬੜੀ ਵਿਦਿਆ ਤੁਸੀਂ ਜਿਹੜੀ ਬਣਾ ਕੇ ਪੜ੍ਹ ਦਿੱਤੀ ਹੈ, ਬੜੀ ਵਿਦਿਆ ਤੁਸੀਂ ਹੁਣ ਤੱਕ ਪੜ੍ਹੀ ਸੁਣੀ ਹੈ। ਦਰਬ ਸਮੂਹ ਲੇਹ ਉਪਜਾਏ। ਤੇ ਉਹ ਜਿਹੜੀ ਵਿਦਿਆ ਪੜ੍ਹੀ ਹੈ ਉਹ ਸਾਰੀ ਦੀ ਸਾਰੀ ਵਿਦਿਆ ਜਿਹੜੀ ਹੈ ਤੁਸੀਂ ਇਹ ਸੋਚ ਕੇ ਪੜ੍ਹੀ ਵੀ ਅਸੀਂ ਵਿਦਿਆ ਪੜ੍ਹਾਂਗੇ ਤੇ ਬੜੇ ਵਿਦਵਾਨ ਬਣਾਂਗੇ ਤੇ ਬੜਾ ਸਾਰਾ ਧਨ ਕਮਾਇਆ ਕਰਾਂਗੇ ਕਥਾ ਕੀਰਤਨ ਕਰਕੇ। ਡੇਢ ਸੰਕਲਪ ਤਥਾ ਹੀ ਰਹਿਓ। ਤੇ ਤੁਹਾਡਾ ਹੁਣ ਸੰਕਲਪ ਉਵੇਂ ਹੀ ਰਹਿ ਗਿਆ ਵੀ ਜੋ ਰਾਹ ਫੜਿਆ ਸੀ, ਜੋ ਮਨ ਵਿੱਚ ਮਕਸਦ ਧਾਰ ਕੇ, ਚਾਹੇ ਤੁਸੀਂ ਬੜੇ ਵੇਦਾਂ ਸ਼ਾਸਤਰਾਂ ਦੇ ਗਿਆਨੀ ਬਣ ਗਏ, ਪਰ ਜਿਹੜਾ ਜਿੱਥੋਂ ਤੁਰੇ ਸੀ ਤੁਸੀਂ ਉਹ ਤਾਂ ਉਵੇਂ ਹੀ ਰਹਿ ਗਿਆ ਨਾ। ਵੀ ਮਨ 'ਚ ਇਹ ਧਾਰ ਕੇ ਤੁਰੇ ਸੀ ਤੁਸੀਂ ਵੀ ਮਾਇਆ ਕਮਾਵਾਂ ਕਰਾਂਗੇ ਕੋਈ ਕਥਾ ਸਿੱਖ ਕੇ, ਤਾਂ ਉਹ ਤੁਹਾਡੇ ਮਨ ਵਿੱਚ ਜਿਉਂ ਦਾ ਤਿਉਂ ਹੀ ਸੰਕਲਪ ਰਹਿ ਗਿਆ ਹੈ। ਕਰ ਕਰ ਕਥਾ ਦਰਬ ਹੀ ਲਹਿਓ। ਤੇ ਹੁਣ ਤੀਕ ਤੁਸਾਂ ਕਥਾ ਕੀਤੀ ਹੈ, ਕਮਾਈ ਨਹੀਂ। ਕਥਾ ਕਰ ਕਰਕੇ ਹੁਣ ਤੱਕ ਧਨ ਇਕੱਠਾ ਕੀਤਾ ਹੈ। ਨਿਜ ਮਨ ਕੇ ਸਮਝਾਵਣ ਕਾਰਨ। ਬਾਕੀ ਆਪਦੇ ਮਨ ਨੂੰ ਸਮਝਾਉਣ ਦੇ ਵਾਸਤੇ। ਪਠੀ ਨਾ ਵਿਦਿਆ ਕੀਆ ਨਾ ਵਿਚਾਰਨ। ਕਦੇ ਵਿਦਿਆ ਨਹੀਂ ਪੜ੍ਹੀ, ਨਾ ਵਿਦਿਆ ਦੀ ਵਿਚਾਰ ਕੀਤੀ। ਵੀ ਲੋਕਾਂ ਨੂੰ ਸੁਣਾਉਣ ਵਾਸਤੇ ਗ੍ਰੰਥ ਤੇ ਗ੍ਰੰਥ ਪੜ੍ਹੀ ਆਏ, ਪਰ ਆਪਦੇ ਮਨ ਨੂੰ ਨਹੀਂ ਸਰੋਤਾ ਜਾਣਿਆ ਵੀ ਇਹ ਜਿਹੜੀ ਅਸੀਂ ਕਥਾ ਕਰਾਂਗੇ ਉਹ ਆਪਦਾ ਸਾਡਾ ਮਨ ਵੀ ਸਮਝੇ ਨਾ। ਦੂਜਿਆਂ ਨੂੰ ਸੁਣਾਉਣ ਵਾਸਤੇ ਕਥਾ ਪੜ੍ਹ ਲਈ, ਪਰ ਆਪਦੇ ਮਨ ਨੂੰ ਕਦੇ ਸਮਝਾਇਆ ਨਾ ਕਥਾ ਜਾਂ ਜਿਹੜਾ ਕੋਈ ਪ੍ਰਸੰਗ ਆਪਦੇ ਮਨ 'ਤੇ ਲਾਗੂ ਕੀਤਾ, ਕਦੇ ਵਿਚਾਰ ਨਹੀਂ ਕੀਤੀ ਹੈ। ਕਥਾ ਕਰਤ ਧਨ ਮਹਿ ਮਨ ਰਹਿ। ਤੇ ਕਥਾ ਕਰਦਿਆਂ ਵੀ ਤੁਹਾਡਾ ਮਨ ਜਿਹੜਾ ਉਹ ਧਨ ਵਿੱਚ ਹੀ ਰਹਿ ਗਿਆ ਵੀ ਉਹ ਕੌਣ ਕਿੰਨੀ ਮਾਇਆ ਸਾਨੂੰ ਟੇਕਦਾ, ਕਥਾ ਕਰਦਿਆਂ ਕੌਣ ਕਿੰਨੇ ਨੋਟ ਦਿੰਦਾ ਹੈ। ਕਿਮ ਸ਼ਾਂਤੀ ਗੁਣ ਗਨ ਕੋ ਲਹੈ। ਤੇ ਫਿਰ ਦੱਸੋ ਜਦੋਂ ਕਥਾ ਕਰਦਾ ਧਿਆਨ ਮਾਇਆ 'ਚ ਹੋਵੇਗਾ ਤੇ ਫਿਰ ਦੱਸੋ ਵੀ ਕਿਵੇਂ ਗੁਣਾ ਸਾਰੇ ਪ੍ਰਾਪਤ, ਸਤ ਕਿਵੇਂ ਮਿਲੇਗਾ, ਕਿਵੇਂ ਭਾਈ ਸੰਤੋਖ ਮਿਲੇਗਾ,
ਕਿਵੇਂ ਸ਼ਾਂਤੀ ਪ੍ਰਾਪਤ ਹੋਵੇਗੀ? ਨਹੀਂ ਪ੍ਰਾਪਤ ਹੋਵੇਗੀ। ਅਬ ਤੇ ਕਰਹ ਅਗਾਰੀ ਐਸੇ, ਪਰ ਜੋ ਪਿੱਛੇ ਹੋ ਗਿਆ ਹੁਣ ਅਗਾਂਹ ਤੁਸੀਂ ਜਿਵੇਂ ਕਰਨਾ ਉਹ ਸੁਣਨਾ ਕਰੋ ਜੀ। ਸਮਝਾਵਣ ਹਿਤ ਲੋਕਣ ਵੀ ਜੈਸੇ, ਜਿਹੜੀ ਕਥਾ ਤੁਸੀਂ ਕਰਦੇ ਹੋ ਦੂਜਿਆਂ ਲੋਕਾਂ ਨੂੰ ਸਮਝਾਉਣ ਵਾਸਤੇ, ਅਨੇਕ ਭਾਂਤ ਕੀ ਕਰ ਚਤੁਰਾਈ, ਜਿਸ ਤੁਹਾਡੀ ਕਥਾ ਵਿੱਚ ਬੜੇ ਤਰ੍ਹਾਂ ਦੀ ਚਤੁਰਾਈ ਹੁੰਦੀ ਹੈ, ਬੜੇ ਪ੍ਰਸੰਗ ਤਰੀਕੇ ਸਿਆਣਪ ਦੇ ਨਾਲ ਤੁਸੀਂ ਪ੍ਰਮਾਣ ਦੇ ਦੇ ਕੇ ਸਰੋਤਿਆਂ ਦੇ ਅੱਗੇ ਜ਼ਾਹਰ ਕਰਦੇ ਹੋ, ਕਰਹ ਰਿਝਾਵਣ ਠਾਣ ਉਪਾਈ, ਤੇ ਬੜੇ ਉਪਾਅ ਕਰਦੇ ਹੋ ਵੀ ਕਿਸੇ ਨਾ ਕਿਸੇ ਤਰ੍ਹਾਂ ਸਰੋਤੇ ਬੜੇ ਰੀਝ ਜਾਣ, ਤੇ ਸਰੋਤਿਆਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਕਥਾ ਸੁਣਾਉਂਦੇ ਹੋ ਜਿੰਨੀ ਵੀ। ਤੈਸੇ ਮਨ ਸਮਝਾਵਣ ਕਾਰਨ, ਮਹਾਰਾਜ ਕਹਿੰਦੇ ਜਿੰਨਾ ਜ਼ੋਰ ਸਰੋਤਿਆਂ ਨੂੰ ਖੁਸ਼ ਕਰਨ ਤੇ ਲਾਉਂਦੇ ਹੋ ਗਰੀਬ ਨਵਾਜ, ਕਹਿੰਦੇ ਉਹ ਐਂ ਜਾਣੋ ਵੀ ਸਾਡਾ ਮਨ ਵੀ ਸੰਗਤ ਵਿੱਚ ਬੈਠਾ ਹੋਇਆ, ਵੀ ਇੱਕ ਤਾਂ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਵੀ ਸੁਣਾਉਣੀ ਹੈ, ਤੇ ਉਹ ਨਾਲੇ ਵੀ ਹੈ ਵੀ ਇਹ ਜਾਣੋ ਵੀ ਸਾਡਾ ਮਨ ਵੀ ਸੁਣਦਾ ਪਿਆ ਕਥਾ। ਜਿਵੇਂ ਸਰੋਤਿਆਂ ਨੂੰ ਕਥਾ ਸੁਣਾਉਂਦੇ ਹੋ ਉਸੇ ਤਰ੍ਹਾਂ ਆਪਦੇ ਮਨ ਨੂੰ ਵੀ ਸਮਝਾਉਣਾ ਹੈ। ਪਾਠ ਵੇਦਾਂਤ ਸੁਕਰਹ ਵਿਚਾਰਨ, ਵੇਦਾਂਤ ਆਦਿਕ ਪੜ੍ਹ ਕਰਕੇ ਤੇ ਉਹਦਾ ਵਿਚਾਰ ਵੀ ਕਰਨਾ ਹੈ, ਤੇ ਵਿਚਾਰ ਕੇ ਮਨ ਤੇ ਲਾਗੂ ਕਰਨਾ ਵੀ ਮਨਾ ਆਹ ਗੱਲ ਤੂੰ ਕਥਾ ਵਿੱਚ ਸੰਗਤ ਨੂੰ ਕਹਿ ਰਿਹਾ ਹੈ ਕਿ ਇਹ ਤੇਰੇ ਵਿੱਚ ਪੂਰੀ ਹੈ, ਤੂੰ ਇਸ ਗੱਲ ਤੇ ਪੂਰਾ ਹੈ, ਇਹ ਵਿਚਾਰ ਆਪਦੇ ਮਨ ਵਿੱਚ ਰੱਖਣੀ ਹੈ। ਇਸ ਉਦਮ ਮਹਿ ਬਹੁ ਜਬ ਲਾਗੋ, ਹੇ ਭਾਈ ਬਾਲਾ, ਹੇ ਕ੍ਰਿਸ਼ਨਾ ਜੀ, ਜਦੋਂ ਬਹੁਤ ਵਾਰ-ਵਾਰ ਤੁਸੀਂ ਜਦੋਂ ਕਥਾ ਕਰੋਗੇ ਤੇ ਇਹ ਧਿਆਨ ਰੱਖੋਗੇ ਵੀ ਇਹ ਕਥਾ ਅਸੀਂ ਆਪਦੇ ਮਨ ਨੂੰ ਵੀ ਨਾਲ ਸੁਣਾਉਣੀ ਹੈ। ਜਦੋਂ ਵਾਰ-ਵਾਰ ਇਹ ਉਦਮ ਕਰੋਗੇ ਮਨ ਨੂੰ ਸੁਣਾਉਣ ਦਾ, ਸਿਮਰਹ ਸਤਨਾਮ ਅਨੁਰਾਗੋ, ਤੇ ਬੜਾ ਪ੍ਰੇਮ ਕਰਕੇ ਤੇ ਜਿਹੜਾ ਵਾ ਬਿਰਤੀ ਟਿਕਾ ਕਰਕੇ ਪ੍ਰੇਮ ਦੇ ਨਾਲ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਕਰੋਗੇ ਵੀ ਨਾਲੇ ਕਥਾ ਕਰਨੀ, ਕਥਾ ਕਰਦਿਆਂ ਕਥਾ ਉਹ ਜਿਹੜੀ ਕਰਨੀ ਉਹਦੇ ਮਨ ਨੂੰ ਵੀ ਸੁਣਾਉਣੀ ਹੈ, ਤੇ ਅੱਗੇ ਪਿੱਛੇ ਜਦੋਂ ਸਮਾਂ ਹੋਵੇ ਤੇ ਫਿਰ ਨਾਮ ਦਾ ਵਾਹਿਗੁਰੂ 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 ਦਾ ਜਾਂ ਮੂਲ ਮੰਤਰ ਦਾ ਅਭਿਆਸ ਵੀ ਕਰਨਾ ਪ੍ਰੇਮ ਦੇ ਨਾਲ। ਮਾਸ ਮਹਿ ਦਰਸਹੁ ਗੁਰੂ ਕੋ, ਤੇ ਹਰੇਕ ਮਹੀਨੇ ਦੇ ਮਹੀਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਇੱਥੇ ਅੰਮ੍ਰਿਤਸਰ ਸਾਹਿਬ ਆਉਣਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ। ਆਏ ਬਿਰਤਾਂਤ ਬਤਾਵਹ ਉਰ ਕੋ, ਤੇ ਜਦੋਂ ਆਓਗੇ ਫਿਰ ਸਾਰਾ ਬਿਰਤਾਂਤ ਵੀ ਮਨ ਦਾ ਦੱਸਣਾ ਵੀ ਕਿੰਨੀ ਕੁ ਬਿਰਤੀ ਟਿਕ ਗਈ ਹੈ ਤੇ ਕਿੰਨੀ ਕੁ ਅਜੇ ਬਾਕੀ, ਕਿੰਨਾ ਕੁ ਮਨ ਭਟਕਦਾ ਹੈ। ਸੁਖ ਦੁਖ ਜੋ ਪਈਐ ਪਰਲੋਕ, ਜਿਹੜੇ ਸੁਖ ਤੇ ਦੁੱਖ ਹੈ ਨਾ ਉਹ ਮਹਾਰਾਜ ਕਹਿੰਦੇ ਭਾਈ ਕ੍ਰਿਸ਼ਨਾ ਬਾਲਾ ਜੀ ਜਿਹੜੇ ਪਰਲੋਕ ਵਿੱਚ ਪ੍ਰਾਪਤ ਹੁੰਦੇ ਨਾ ਜਿੰਨੇ ਸੁਖ ਦੁੱਖ ਹਨ, ਤਿਸ ਕੋ ਲਖਹਾ ਲੇਹੋ ਮਨ ਰੋਕ, ਉਹ ਜਾਣ ਕੇ ਮਨ ਨੂੰ ਰੋਕਣਾ ਵੀ ਸੁੱਖ ਤੇ ਦੁੱਖ ਜੋ ਮਰ ਕੇ ਪਰਲੋਕ ਵਿੱਚ ਪੈਣਾ ਹੈ ਉਹ ਪ੍ਰਾਪਤ ਹੋਣਾ ਆਪਾਂ ਨੂੰ, ਉਹਨਾਂ ਨੂੰ ਇੱਥੋਂ ਹੀ ਕੀਤੇ ਕਰਮਾਂ ਦਾ ਫਲ ਜਾਣਨਾ ਵੀ ਸੁੱਖ ਵੀ ਪਰਲੋਕ 'ਚ ਤਾਂ ਮਿਲੇਗਾ ਜੇ ਇੱਥੇ ਸ਼ੁਭ ਕਰਮ ਕਰਨਾ, ਦੁੱਖ ਪਰਲੋਕ ਵਿੱਚ ਤਾਂ ਮਿਲਦਾ ਜੇ ਇੱਥੇ ਮਾੜਾ ਕੰਮ ਕਰਾਂਗੇ। ਵੀ ਪਰਲੋਕ ਦੇ ਸੁੱਖ ਤੇ ਦੁੱਖ ਨੂੰ ਇਸ ਸੰਸਾਰ ਤੋਂ ਇਹਨੂੰ ਮੁੱਢ ਜਾਣਨਾ ਵੀ ਇੱਥੋਂ ਹੀ ਕਰਮਾਂ ਕਰਕੇ ਮਿਲੇਗਾ, ਸ਼ੁਭ ਕਰਾਂਗੇ ਸੁੱਖ ਮਿਲੇਗਾ, ਪਾਪ ਕਰਾਂਗੇ ਦੁੱਖ ਮਿਲੇਗਾ। ਇਹ ਗੱਲ ਜਰਾ ਖਿਆਲ ਵਿੱਚ ਰੱਖਣੀ ਹੈ। ਬਸ ਹੈ ਹਿਰਦੈ ਮਨ ਕੀ ਸਭ ਜਾਣਨਾ ਹੈ, ਤੇ ਇਸ ਤਰ੍ਹਾਂ ਜਿਹੜਾ ਹੈ ਕਿਉਂਕਿ ਫਿਰ ਇਹ ਵੀ ਜਾਣਨਾ ਹੈ ਵੀ ਜਿਹੜਾ ਪਰਮੇਸ਼ਰ ਹੈ ਨਾ ਮੇਰੇ ਮਨ ਵਿੱਚ ਵਸਣ ਵਾਲਾ, ਉਹਦੇ ਅੱਗੇ ਮੈਂ ਚਤੁਰਾਈ ਨਾ ਕਰਾਂ, ਉਹ ਮੇਰੇ ਮਨ ਵਿੱਚ ਵਸਦਾ ਹੈ, ਮੇਰੇ ਮਨ ਦੀਆਂ ਸਾਰੀਆਂ ਜਾਣਦਾ ਹੈ। ਸੋ ਪਰਮੇਸ਼ਰ ਲਖ ਸਭ ਥਨ ਹੈ, ਤੇ ਜਿਹੜਾ ਮਨ ਵਿੱਚ ਜਾਣਨਾ ਪਰਮੇਸ਼ਰ ਉਹ ਬਾਹਰ ਵੀ ਸਾਰਿਆਂ ਸਥਾਨਾਂ ਤੇ ਜਾਣਨਾ ਵੀ ਸਭ ਪਰਮੇਸ਼ਰ ਦਾ ਹੀ ਜੀ ਹੈ, ਪਰਮੇਸ਼ਰ ਦਾ ਹੀ ਰੂਪ ਹੈ। ਸ਼੍ਰੀ ਮੁਖ ਤੇ ਸੁਣ ਪੰਡਿਤ ਦੋ, ਤੇ ਇਹਨਾਂ ਦੋ ਪੰਡਤਾਂ ਨੇ ਖਾਲਸਾ ਜੀ ਸਤਿਗੁਰਾਂ ਦੇ ਸ਼੍ਰੀ ਕੰਠ ਤੋਂ ਇਹ ਸੁੰਦਰ ਉਪਦੇਸ਼ ਸੁਣਿਆ ਹੈ। ਮਾਨੇ ਬਾਕ ਵਿਚਾਰਤ ਸੋ, ਤੇ ਮੰਨ ਕੇ ਵਿਚਾਰਦੇ ਆ ਹੁਣ ਮਹਾਰਾਜ ਦੇ ਦਿੱਤੇ ਹੋਏ ਉਪਦੇਸ਼ ਤੇ ਪਹਿਰਾ ਦੇ ਰਹੇ ਆ। ਮਨ ਕੋ ਸਮਝਾਵਣ ਪੁਨ ਲਾਗੇ, ਤੇ ਹੁਣ ਜਦੋਂ ਇਹ ਕਥਾ ਕਰਦੇ ਆ ਤੇ ਆਪਦੇ ਮਨ ਨੂੰ ਵਿੱਚ ਰੱਖਦੇ ਆ ਵੀ ਜਦੋਂ ਕੋਈ ਗੱਲ ਕਥਾ ਵਿੱਚ ਸੁਣਾਉਂਦੇ ਆ ਕੋਈ ਵਿਸ਼ੇ ਤਿਆਗਣ ਦੀ, ਫਿਰ ਨਾਲ ਇਹ ਵੀ ਵਿਚਾਰ ਸੋਚ ਰੱਖਦੇ ਆ ਇਰਾਦਾ ਵੀ ਹੁਣ ਇਹ ਮੇਰਾ ਮਨ ਵੀ ਇਹ ਵਿਸ਼ਾ ਛੱਡੇ ਨਾ। ਇਸ ਤਰ੍ਹਾਂ ਕਰਨ ਲੱਗ ਪਏ ਵੀ ਕਥਾ ਸੁਣਾਉਂਦੇ ਵੀ ਤੇ ਸੁਣਦੇ ਵੀ ਹਨ। ਸਨੈ ਸਨੈ ਤ੍ਰਿਸ਼ਨਾਦਿਕ ਤਿਆਗੇ, ਤੇ ਹੌਲੀ ਹੌਲੀ ਇਹਨਾਂ ਨੇ ਤ੍ਰਿਸ਼ਨਾ ਤੋਂ ਆਦਿਕ ਬੜੇ ਜਿਹੜੇ ਜਿਵੇਂ ਧਨ ਦੀ ਲੋਭ ਲਾਲਚ ਕਰਨਾ, ਕਥਾ ਕਰਦਿਆਂ ਵੀ ਚਲੋ ਇੰਨੇ ਦੇ ਦਿਓ ਜੀ ਇੰਨੇ ਦੇ ਦਿਓ,
ਉਹ ਸਾਰੇ ਹੌਲੀ ਹੌਲੀ ਛੱਡਦਿਆਂ ਹੋਇਆਂ ਨੇ। ਸਤਿਗੁਰ ਸੰਗ ਕਰਤ ਭੇਨੀਤ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਪ੍ਰੇਮ ਕਰਨ ਲੱਗ ਪਏ ਹਨ। ਸਤਨਾਮ ਸੰਗ ਲਾਗੀ ਪ੍ਰੀਤ। ਇਹਨਾਂ ਦੀ ਪ੍ਰੀਤੀ ਜਿਹੜੀ ਹੈ ਖਾਲਸਾ ਜੀ ਫਿਰ ਉਹ ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਲੱਗ ਗਈ ਹੈ। ਹੋਤ ਭਇਓ ਤਿਨ ਕੋ ਕਲਿਆਣੇ। ਇਹਨਾਂ ਦਾ ਵੀ ਮਹਾਰਾਜ ਨੇ ਬੜੀ ਦਇਆ ਕੀਤੀ ਤੇ ਇਹਨਾਂ ਨੂੰ ਉਪਦੇਸ਼ ਬਖਸ਼ਿਆ। ਇਹਨਾਂ ਦਾ ਖਾਲਸਾ ਜੀ ਕਲਿਆਣ ਕੀਤਾ ਸਤਿਗੁਰਾਂ ਨੇ। ਵੀ ਇਹ ਹੈ ਵੀ ਕਥਾ ਜਿਹੜੀ ਉਹ ਜਿਵੇਂ ਉਹ ਕੋਈ ਮਹਾਂਪੁਰਖ ਸਨ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਥਾ ਕਰਕੇ ਕੀ ਅਨੁਭਵ ਕੀ ਖੱਟਿਆ ਹੈ। ਉਹ ਕਹਿੰਦੇ ਵੀ ਅਨੁਭਵ ਇਹ ਖੱਟਿਆ ਵੀ ਪਹਿਲਾਂ ਤਾਂ ਕਈ ਸਾਲ ਕਥਾ ਕਰਦੇ ਹੀ ਰਹੇ ਹਾਂ ਅਤੇ ਹੁਣ ਕਥਾ ਇੰਨਾ ਹੀ ਬਸ ਫਰਕ ਹੈ ਵੀ ਅੱਗੇ ਕਥਾ ਸੁਣਾਉਂਦੇ ਸੀ, ਹੁਣ ਕਥਾ ਸੁਣਨ ਲੱਗ ਪਏ ਹਾਂ। ਵੀ ਅੱਗੇ ਆਪਦੀ ਕਥਾ ਕਰੀ ਜਾਂਦੇ ਸੀ ਪਰ ਉਹ ਮਨ ਸੁਣਦਾ ਹੈ ਨਹੀਂ ਸੀ, ਕਥਾ ਕਰਦਿਆਂ ਵੀ ਭਟਕਦਾ ਸੀ। ਅਤੇ ਹੁਣ ਇਹ ਫਰਕ ਪਿਆ ਵੀ ਹੁਣ ਕਥਾ ਕਰੀ ਦੀ ਵੀ ਅਤੇ ਮਨ ਨਾਲ ਸੁਣਦਾ ਵੀ ਹੈ। ਜਿਵੇਂ ਆ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਹੋਏ ਆ, ਇਹ ਜਦੋਂ ਕਥਾ ਕਰਦੇ ਸਨ ਖਾਲਸਾ ਜੀ ਦੇ ਕਰਦੇ ਕਰਦੇ ਕਥਾ ਅਕਸਰ ਹੀ ਰੁਕ ਜਾਂਦੇ ਹੁੰਦੇ ਸੀ। ਇਹਨਾਂ ਚੁੱਪ ਕਰ ਜਾਣਾ ਅਤੇ ਫਿਰ ਜਦੋਂ ਬੋਲਣਾ ਅਤੇ ਉਹਨਾਂ ਕਹਿਣਾ ਵੀ ਇਹ ਨਹੀਂ ਸਮਝਣਾ ਵੀ ਕਿਤੇ ਕਰਤਾਰ ਸਿੰਘ ਨੂੰ ਕਥਾ ਭੁੱਲ ਗਈ ਹੈ। ਕਥਾ ਭੁੱਲੀ ਨਹੀਂ। ਜਦੋਂ ਇਹ ਪ੍ਰਸੰਗ ਆਉਂਦਾ ਕੋਈ ਵਿਸ਼ਾ ਛੱਡਣ ਦਾ ਅਤੇ ਸਾਧ ਸੰਗਤ ਜੀ ਅਸੀਂ ਅੰਦਰ ਮਨ 'ਚ ਝਾਤੀ ਮਾਰ ਕੇ ਵੇਖਦੇ ਵੀ ਮਨਾਂ ਜਿਹੜੀ ਗੱਲ ਸੰਗਤ ਨੂੰ ਕਹਿਣ ਲੱਗਿਆ ਹੁਣ ਕੀ ਇਹਦੇ 'ਤੇ ਪੂਰਾ ਇੱਦਾਂ ਵੀ ਜੇ ਤਾਂ ਤੂੰ ਪੂਰਾ ਹੈ ਫਿਰ ਤਾਂ ਸੰਗਤ ਨੂੰ ਸੰਬੋਧਨ ਕਰ ਵੀ ਆਹ ਛੱਡ ਦੇਣਾ ਜੀ, ਇਸ ਤਰ੍ਹਾਂ ਆਹ ਵਿਸ਼ੇ ਛੱਡਣੇ। ਅਤੇ ਜੇ ਆਪ ਵਿਸ਼ੇ ਭੋਗੀ ਜਾਣੇ ਅਤੇ ਉਹ ਭਗਤ ਫਰੀਦ ਕਬੀਰ ਸਾਹਿਬ ਜੀ ਕਹਿੰਦੇ ਆ ਨਾ ਕਿ ਕਬੀਰ ਅਵਰ ਹੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਵੀ ਆਪਦੀ ਪੈਲੀ ਖਾ ਗਏ ਅਤੇ ਦੂਜੇ ਨੂੰ ਕਹਿੰਦੇ ਅਸੀਂ ਤੁਹਾਡੀ ਜ਼ਮੀਨ ਦੀ ਰਾਖੀ ਕਰਦੇ ਹਾਂ। ਉਹਨਾਂ ਦਾ ਉਹ ਹਾਲ ਹੈ ਵੀ ਆਪਦੇ ਸ਼ੁਭ ਗੁਣ ਖਾ ਗਏ ਹੈ ਵਿਸ਼ਿਆਂ ਮਗਰ ਲੱਗ ਕੇ, ਅਤੇ ਦੂਜਿਆਂ ਨੂੰ ਕਹਿਣ ਵੀ ਭਾਈ ਆਹ ਵਿਸ਼ਾ ਨਹੀਂ ਭੋਗਣਾ, ਆਹ ਵਿਸ਼ਾ ਨਹੀਂ ਭੋਗਣਾ। ਤੋ ਉਹਨਾਂ ਦੀ ਹਾਲਤ ਕਬੀਰ ਜੀ ਕਹਿੰਦੇ ਇਹੋ ਜਿਹੀ ਵੀ ਆਪਦੇ ਮੂੰਹ 'ਚੋਂ ਰੇਤਾ ਕੱਢ ਕੱਢ ਕੇ ਅਗਲੇ ਦੇ ਕੰਨਾਂ 'ਚ ਤੱਕਦੇ ਆ ਵੀ ਨਾ ਉਹਨਾਂ ਦੀ ਗੱਲ ਦਾ ਕੋਈ ਅਸਰ ਹੈ, ਕਿਉਂਕਿ ਆਪਦਾ ਮਨ ਬਹੁਤ ਵਿਸ਼ਈ ਹੈ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਇੱਥੇ ਆ ਲਦਾਈਕਿਆਂ ਵਾਲੇ ਮਹਾਂਪੁਰਖ ਸਨ, ਕਹਿੰਦੇ ਉਹ ਇੱਕ ਦਿਨ ਉੱਚੀ ਉੱਚੀ ਇਕੱਲੇ ਹੀ ਇੱਥੇ 6ਵੇਂ ਪਾਤਸ਼ਾਹ ਦਾ ਸਥਾਨ ਹੈ ਬਾਘੇ ਪੁਰਾਣੇ ਕੋਲ, ਉੱਚੀ ਉੱਚੀ ਕਥਾ ਕਰੀ ਜਾਣ ਅਤੇ ਇਕੱਲੇ ਹੀ ਦਰਬਾਰ ਵਿੱਚ ਆਪ ਹੀ ਪੰਕਤੀ ਪੜ੍ਹ ਲਿਆ ਕਰਨ ਅਤੇ ਉੱਚੀ ਉੱਚੀ ਕਥਾ ਕਰਨ। ਅਤੇ ਕੋਈ ਦਰਸ਼ਨ ਕਰਨ ਵਾਸਤੇ ਕੋਈ 5-7 ਸਿੰਘ ਪਾਸੇ ਦੇ ਆਏ, ਕੋਈ ਸੰਪਰਦਾ ਦੇ, ਉਹ ਵੇਖਣ ਵੀ ਦਰਬਾਰ 'ਚ ਤਾਂ ਕੋਈ ਹੈ ਨਹੀਂ, ਇਕੱਲੇ ਹੀ ਲੱਗੇ ਹੋਏ ਕਥਾ ਕਰਨ ਵਾਸਤੇ, ਨਾਲੇ ਉਹ ਹੱਸਣ। ਅਤੇ ਜਦੋਂ ਕਥਾ ਉਹ ਹਟੇ ਘੰਟੇ ਸਵਾ ਬਾਅਦ ਵੀ ਅਤੇ ਉਹ ਪੁੱਛਿਆ ਵੀ ਸਰੋਤਾ ਦਾ ਕੋਈ ਹੈ ਨਹੀਂ ਅਤੇ ਤੁਸੀਂ ਇਕੱਲੇ ਹੀ ਕਥਾ ਕਰਦੇ ਪਏ ਹੋ। ਕਹਿੰਦੇ ਵੀ ਸੁਣਾਉਣਾ ਹੈ, ਸਰੋਤਾ ਕਿਉਂ ਨਹੀਂ ਹੈ? ਆਂਦੇ ਇੱਕ ਮੈਂ ਹਾਂ, ਇੱਕ ਮੇਰਾ ਮਨ ਹੈ ਸਰੋਤਾ। ਵੀ ਇਹ ਕਥਾ ਅਸੀਂ ਕਿਸੇ ਵਾਸਤੇ ਥੋੜ੍ਹਾ ਕਰ ਰਹੇ ਹਾਂ, ਇਹ ਤਾਂ ਅਸੀਂ ਆਪਦੇ ਮਨ ਨੂੰ ਸੁਣਾਉਣ ਵਾਸਤੇ ਕਥਾ ਕਰ ਰਹੇ ਹਾਂ। ਵੀ ਮਨ ਵਰਗਾ ਤਾਂ ਸਰੋਤਾ ਕੋਈ ਹੋਰ ਹੈ ਹੀ ਨਹੀਂ ਨਾ। ਤਾਂ ਹੀ ਮਹਾਰਾਜ ਨੇ ਆਖਿਆ ਨੇ ਇਹਨਾਂ ਨੂੰ ਵੀ ਮਨ ਹੀ ਹੈ, ਮਨ ਕਰ ਕੀ ਗੁਣ ਹੈ, ਮਨ ਕਰ ਕੀ ਔਗਣ ਹੈ। ਅਤੇ ਜੇ ਮਨ ਸਮਝ ਜਾਵੇ ਖਾਲਸਾ ਜੀ ਫਿਰ ਗੁਣ ਔਗਣ ਰਹਿੰਦੇ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਮਨ ਸਾ ਮਿਲਿਆ ਨਾ ਕੋਈ। ਮਨ ਇਹੋ ਜਿਹਾ ਮਿੱਤਰ ਖਾਲਸਾ ਜੀ ਜੇ ਸੰਗਤ ਵਿੱਚ ਲੈ ਕੇ ਆਵੇ, ਮਨ ਹੀ ਲੈ ਕੇ ਆਉਂਦਾ ਨਾ, ਮਨਾ ਮੇਰਾ ਆਖੀ ਦਾ ਮਨ ਕਰਦਾ ਵੀ ਚਲੋ ਕਥਾ ਸੁਣ ਕੇ ਆਈਏ, ਸੰਧਿਆ ਦੀ ਕਥਾ ਦਾ ਟਾਈਮ ਹੋ ਗਿਆ ਹੈ, ਇਤਿਹਾਸ ਦੀ ਕਥਾ ਸੁਣੀਏ, ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਰਵਣ ਦਰਸ਼ਨ ਕਰ ਲਈਏ। ਉਹ ਮਨ ਹੀ ਆਪਾਂ ਨੂੰ ਇੱਥੇ ਲੈ ਕੇ ਆਉਂਦਾ ਨਾ। ਅਤੇ ਜਦੋਂ ਵਿਸ਼ੇ ਭੋਗਣ ਜਾਂਦਾ ਉਹਨੂੰ ਕੌਣ ਲੈ ਕੇ ਜਾਂਦਾ? ਉਸ ਨੂੰ ਵੀ ਮਨ ਲੈ ਕੇ ਜਾਂਦਾ। ਤੋ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਮਨ ਸਾ ਮਿਲਿਆ ਨਾ ਕੋਈ। ਮਨ ਵਰਗਾ ਖਾਲਸਾ ਜੀ ਕੋਈ ਮਿੱਤਰ ਨਹੀਂ ਜੇ ਤੁਹਾਨੂੰ ਸੰਗਤ ਵਿੱਚ ਲੈ ਕੇ ਆਵੇ। ਅਤੇ ਜੇ ਤੁਹਾਨੂੰ ਕੁਸੰਗਤ ਵਿੱਚ ਵਿਸ਼ੇ ਭੋਗਣ ਲੈ ਕੇ ਜਾਵੇ ਅਤੇ ਮਨ ਵਰਗਾ ਦੁਸ਼ਮਣ ਵੀ ਦੂਜਾ ਕੋਈ ਨਹੀਂ। ਮਨ ਹੀ ਮਿੱਤਰ ਹੈ, ਮਨ ਹੀ ਦੁਸ਼ਮਣ ਹੈ। ਮਨ ਕਰਕੇ ਖਾਲਸਾ ਜੀ ਕੋਈ ਪ੍ਰਾਣੀ ਗੁਣੀ ਬਣਦਾ ਅਤੇ ਮਨ ਕਰਕੇ ਜਿਹੜਾ ਪ੍ਰਾਣੀ ਕੋਈ ਔਗਣਿਆਰਾ ਬਣਦਾ ਹੈ। ਤੋ ਸਤਿਗੁਰਾਂ ਫਿਰ ਸਮਝਾਇਆ ਕਿ ਭਾਈ ਕਥਾ ਜਿਹੜੀ ਕਰਨੀ ਹੈ ਉਹ ਕਰਨੀ ਵੀ ਆ ਅਤੇ ਉਹਨੂੰ ਸੁਣਨਾ ਵੀ ਹੈ। ਇਹਨਾਂ ਨੇ ਉਹ ਬਚਨ ਕਮਾਇਆ ਖਾਲਸਾ ਜੀ, ਜੇ ਇੱਕ ਗੁਰ ਕੀ ਸਿੱਖ ਸੁਣੀ ਤੋ ਇਹੋ ਜਿਹੀ ਦਇਆ ਹੋਈ ਹੈ, ਹੋਤ ਭਇਓ ਤਿਨ ਕੋ ਕਲਿਆਣਾ।
ਇਹਨਾਂ ਦੀ ਕਲਿਆਣ ਹੋ ਗਈ, ਕੇਵਲ ਮੁਕਤੀ ਦੀ ਪ੍ਰਾਪਤੀ ਹੋਈ ਹੈ। ਗੁਰ ਕੇ ਸਿੱਖ ਹੋਏ ਮਨ ਤੇ ਮਾਨੇ। ਗੁਰੂ ਕੇ ਸਿੱਖ ਹੋ ਗਏ ਐ, ਮਨ ਮੰਨ ਗਿਆ ਇਹਨਾਂ ਦਾ, ਜਾਂ ਗੁਰੂ ਪਾਤਸ਼ਾਹ ਮਹਾਰਾਜ ਦੇ ਸ਼ਬਦ ਨੂੰ ਮਨ ਵਿੱਚ ਮੰਨ ਕੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਬਦ ਦੀ ਕਮਾਈ ਕੀਤੀ, ਆਨੰਦ ਪ੍ਰਾਪਤ ਹੋਇਆ। ਜੋ ਕੁਝ ਲੱਭਣ ਵਾਸਤੇ ਆਏ ਸੀ ਉਹ ਮਿਲ ਗਿਆ ਹੈ। ਤੇ ਇਸ ਤਰ੍ਹਾਂ ਉਹ ਸ਼ਬਦ ਕਮਾਉਣ ਦੇ ਨਾਲ ਹੀ, ਸਿੱਖਿਆ ਕਮਾਉਣ ਨਾਲ ਇਹਨਾਂ ਦੀ ਕਲਿਆਣ ਹੋਈ। ਜਿਵੇਂ ਇੱਥੇ ਆ ਗਿਆਨੀ ਜੀ ਆਉਂਦੇ ਆ ਨਾ ਕਥਾ ਕਰਨ ਵਾਸਤੇ ਮਾਘੀ ਤੇ, ਉਹ ਜਦੋਂ ਲੱਗ ਪੈਂਦੇ ਕਥਾ, ਫਿਰ ਸਾਧ ਸੰਗਤ ਜੀ ਫਿਰ ਭੱਜ ਜਾਂਦੇ, ਜਿੰਨੇ ਵੀ ਸੁਣਨ ਵਾਲੇ ਹੁੰਦੇ ਆ। ਜਦੋਂ ਲੱਗਦੇ ਫਿਰ ਕੋਈ ਪਤਾ ਨਹੀਂ, 3 ਘੰਟੇ ਕਰੀ ਜਾਣ, 4 ਘੰਟੇ ਕਰੀ ਜਾਣ। ਇੱਥੇ ਆਪਣੇ ਤੋਂ ਬੈਠੇ ਰਹੇ ਐਤਕੀ, ਤੇ ਅਸੀਂ ਉੱਥੇ ਹੁਣ ਉਹਨਾਂ ਦੇ ਪੜਾਅ 'ਤੇ ਕਥਾ, ਉੱਥੇ ਨਹੀਂ ਕੁਛ ਸੁਣਨ ਆਉਂਦਾ ਕਥਾ ਉਹਨਾਂ ਦੀ। ਸੰਗਰਾਂਦ 'ਤੇ ਸਿੰਘ ਹੁੰਦੇ ਆ ਜਾਂ 1-2 ਮਾਈਆਂ ਹੁੰਦੀਆਂ, ਉਹ ਆਉਂਦੀਆਂ ਬਸ 15-20 ਮਿੰਟ ਸੰਗਰਾਂਦ ਕਰਕੇ ਮੱਥਾ ਟੇਕਣ ਨੂੰ ਮੁੜ ਜਾਂਦੇ ਆ। ਅਤੇ ਅਸੀਂ ਵੀ ਕਈ ਵਾਰ ਸੋਚਦੇ ਹਾਂ ਵੀ ਹੁਣ ਇੱਥੇ ਹੈ ਤਾਂ ਕੋਈ ਨਹੀਂ, ਅਤੇ ਸੁਣਾਉਂਦੇ ਕਿਹਨੂੰ ਪਏ ਆ। ਅਤੇ ਫਿਰ ਉਹ ਆਪ ਉੱਠ ਕੇ ਕਹਿੰਦੇ ਆਹ ਕਹਿੰਦੇ ਬਹੁਤ ਆਨੰਦ ਆਇਆ ਅੱਜਾਂ ਦੇ। ਅੱਜ ਤਾਂ ਵੀ ਐਂ ਸਮਝੋ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਥਾਪੜਾ ਦੇ ਕੇ ਜਾਂ ਮੋਢੇ 'ਤੇ ਸੀਸ 'ਤੇ ਹੱਥ ਰੱਖ ਕੇ ਨਾਲ ਬੈਠੇ ਸਨ। ਅਤੇ ਉੱਥੋਂ ਪਤਾ ਲੱਗਣਾ ਵੀ ਇਹ ਕਥਾ ਸੁਣਦੇ ਆ, ਸੁਣਾਉਂਦੇ ਨਹੀਂ। ਵੀ ਸਰੋਤਾ ਤਾਂ ਕੋਈ ਵੀ ਨਹੀਂ, ਉਹ ਸਿੰਘ ਹੁੰਦੇ ਆ, ਉਹ ਵੀ ਕਥਾ ਜਦੋਂ 3 ਘੰਟੇ ਕਰੀ ਜਾਣੀ ਉਹ ਸੌਂ ਜਾਂਦੇ ਆ ਵਿੱਚ ਹੀ। ਅਤੇ ਉਹ ਫਿਰ ਇਕੱਲੇ ਹੀ ਕਰੀ ਜਾਂਦੇ ਕਥਾ। ਜਿਹੜਾ ਨਾਲ ਕਰਾਉਣ ਵਾਲਾ ਹੁੰਦਾ ਉਹ ਵੀ ਵਿੱਚੇ ਝੋਕੀਆਂ ਲੈਣ ਲੱਗ ਪੈਂਦਾ। ਅਤੇ ਫਿਰ 3-3 ਘੰਟੇ ਖਾਲਸਾ ਜੀ, 4-4 5-5 ਘੰਟੇ ਜਦੋਂ ਇਹਨਾਂ ਨੇ ਲੜੀਵਾਰ ਕਥਾ ਆਰੰਭ ਕੀਤੀ ਨਾ ਗੁਰਬਾਣੀ ਦੀ, 12 ਸਾਲਾਂ 'ਚ ਭੋਗ ਪਾਇਆ ਸੀ ਇਹਨਾਂ ਨੇ। ਅਤੇ ਜਦੋਂ ਕਾਰਡ ਛਪ ਗਏ ਵੀ ਪ੍ਰੋਗਰਾਮ ਹੈ ਜੀ, ਮੇਰਾ ਖਿਆਲ 2017 'ਚ ਇਹਨਾਂ ਨੇ ਭੋਗ ਪਾਇਆ ਕਥਾ ਦਾ ਲੜੀਵਾਰ ਸੰਪੂਰਨ ਉੱਥੇ ਨਗਰ। ਅਤੇ ਜਦੋਂ ਕਾਰਡ ਛਪ ਗਏ ਅਤੇ ਕਥਾ ਜੇ ਕਾਰਡ ਛਪਾ ਦਿੱਤੇ ਅਤੇ ਸੰਪਰਦਾਵਾਂ ਨੂੰ ਦੇ ਵੀ ਦਿੱਤੇ ਨਿਉਂਤੇ ਵੀ ਭਾਈ ਇੰਨੀ ਤਰੀਕ ਨੂੰ ਪਹੁੰਚਣਾ ਹੈ ਇੱਥੇ ਇਸ ਪੜਾਅ 'ਤੇ ਗਿਆਨੀ ਜੀ ਦੇ ਉੱਥੇ ਕਥਾ ਦਾ ਭੋਗ ਪੈ ਰਿਹਾ। ਅਤੇ ਕਥਾ ਅਜੇ ਬੜੀ ਪਈ ਸੀ ਉਹ ਫਿਰ। ਅਤੇ ਉਹ ਫਿਰ ਸਾਧ ਸੰਗਤ ਜੀ ਕਥਾ ਫਿਰ ਕਰਦੇ ਵੀ ਕਿੰਨਾ ਸਮਾਂ ਖੋਲ੍ਹਦੇ ਰਹਿੰਦੇ ਕਥਾ। ਫਿਰ ਕਿਉਂਕਿ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਪਰਮੇਸ਼ਰ ਬੇਅੰਤ ਹੈ ਅਤੇ ਕਥਾ ਨਾਮ ਕਥਨੀ ਦਾ ਹੈ। ਫਿਰ ਜਿਹੜਾ ਆਪ ਬੇਅੰਤ ਖਾਲਸਾ ਜੀ ਉਹ ਗੁਣ ਜਿਹਦੇ ਬੇਅੰਤ ਆ, ਉਹਦੀ ਕਥਨੀ ਕਿਵੇਂ ਹੋ ਸਕਦੀ ਹੈ। ਅਤੇ ਉਹ ਫਿਰ ਜਦੋਂ ਕਥਾ ਦਿਨ ਥੋੜ੍ਹੇ ਰਹਿ ਗਏ, ਫਿਰ ਸਾਧ ਸੰਗਤ ਜੀ ਸਿੰਘ ਉੱਥੇ ਪੁਰਾਣਾ ਕਰਿੰਦਾ, ਉਹ ਦੱਸਦਾ ਕਹਿੰਦੇ ਵੀ ਤੜਕੇ 9 ਵਜੇ ਲੱਗਦੇ ਸੀ ਕਥਾ ਕਰਨ, ਅਤੇ ਸ਼ਾਮ ਨੂੰ 5-5 ਵਜੇ ਤੱਕ ਕਥਾ ਕਰਦੇ ਸੀ। 7-7 ਘੰਟੇ ਕਥਾ ਕਰ ਦਿੰਦੇ ਸੀ। ਅਤੇ ਇਸ ਤਰ੍ਹਾਂ ਇੱਕ ਸ਼ਬਦ ਨੂੰ ਕਥਾ ਕਰਦਿਆਂ ਖੋਲ੍ਹਦੇ ਰਹਿਣਾ, ਸ਼ਬਦ ਕਿੰਨੇ ਹੀ ਅਰਥ ਕਰ ਜਾਣੇ, 7-7 ਘੰਟੇ ਕਥਾ ਕਰ ਜਾਣੀ। ਅਤੇ ਉਹ ਜਿਹੜਾ ਨਾਲ ਸਿੰਘ ਉਹਨੇ ਆਖਣਾ ਵੀ ਮੈਂ ਬਹੁਤ ਔਖੇ ਹੋਣਾ, ਵੀ ਇਹਦੋਂ ਵੱਡਾ ਤਪ ਹੋਰ ਕੋਈ ਨਹੀਂ, ਵੀ 7 ਘੰਟੇ ਕਥਾ ਕਰਵਾਉਣੀ ਬਹੁਤ ਔਖੀ ਹੈ। ਜੇ ਕਰਵਾਉਣੀ ਔਖੀ ਸਾਧ ਸੰਗਤ ਜੀ, ਫਿਰ 7 ਘੰਟੇ ਕਥਾ ਕਰਨੀ ਕਿੱਡੀ ਔਖੀ ਹੋਊਗੀ। ਵੀ 1 ਘੰਟਾ ਕਥਾ ਕਰਨ ਵਾਸਤੇ 2-2 3-3 ਘੰਟੇ ਪੜ੍ਹਨਾ ਪੈਂਦਾ ਮੇਰੇ ਵਰਗਿਆਂ ਨੂੰ। ਅਤੇ ਜਿਹੜੇ 7 ਘੰਟੇ ਕਥਾ ਕਰਦੇ ਆ ਉਹ, ਅਤੇ ਕੀ ਪਤਾ ਕੀ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਕਿਉਂਕਿ ਅਸੀਂ ਤਾਂ ਪੜ੍ਹ ਕੇ ਕਰਦੇ ਹਾਂ ਭਾਈ, ਅਨੁਭਵ ਹੀ ਹੈ ਨਹੀਂ। ਉਹਨਾਂ ਦਾ ਕਿੰਨਾ ਅਨੁਭਵ ਹੋਵੇਗਾ ਵੀ ਕਿੰਨੇ ਅਰਥ ਵੀ ਕਰੀ ਜਾਣੇ ਆ। ਅਤੇ 7-7 ਘੰਟੇ ਖਾਲਸਾ ਜੀ ਇਹ ਕਥਾ ਉਹ ਅਜੇ ਵੀ ਸਿੰਘ ਦੱਸਦੇ ਆ, 2017 ਤੋਂ ਪਹਿਲਾਂ ਕਰਦੇ ਰਹੇ ਹੋ। ਹੁਣ ਵੀ ਉਸੇ ਤਰ੍ਹਾਂ ਹੀ ਜਦੋਂ ਕਥਾ ਕਰਨ ਲੱਗ ਪੈਂਦੇ, ਫਿਰ ਜਿਹੜੇ ਸੁਣਨ ਵਾਲੇ ਉਹ ਸਾਰੇ ਹੀ ਹੌਲੀ ਹੌਲੀ ਕਰਕੇ ਖਿਸਕ ਜਾਂਦੇ ਆ, ਫਿਰ ਇਕੱਲੇ ਹੀ ਰਹਿ ਜਾਂਦੇ ਦਰਬਾਰ ਦੇ ਵਿੱਚ। ਅਤੇ ਉਹ ਫਿਰ ਉੱਠ ਕੇ ਐਂ ਆਖਦੇ ਆ ਵੀ ਨਈਆਂ ਦੇ ਬਹੁਤ ਆਨੰਦ ਆਇਆ। ਵੀ ਕਰਨ ਵਾਲਾ ਕਹਿ ਰਿਹਾ ਆਨੰਦ ਆਇਆ, ਸਰੋਤਾ ਤਾਂ ਕਿਉਂ ਹੈ ਕੋਈ ਨਹੀਂ। ਇੱਥੋਂ ਪਤਾ ਲੱਗਦਾ ਵੀ ਸਰੋਤਾ ਹੈ ਉਹ ਮਨ ਹੈ, ਅਤੇ ਮਨ ਸੁਣ ਕੇ ਉਹ ਆਨੰਦ ਲੈ ਰਿਹਾ ਹੈ। ਇਸ ਲਈ ਕਬੀਰ ਸਾਹਿਬ ਜੀ ਕਹਿੰਦੇ ਮਨ ਸਾਹ ਮਿਲਿਆ ਨਾ ਕੋਈ, ਮਨ ਵਰਗਾ ਖਾਲਸਾ ਜੀ ਮਿੱਤਰ ਕੋਈ ਨਹੀਂ, ਜੇ ਤੁਹਾਨੂੰ ਸੰਗਤ ਵਿੱਚ ਲੈ ਕੇ ਆਵੇ। ਮਨ ਵਰਗਾ ਕੋਈ ਦੁਸ਼ਮਣ ਨਹੀਂ, ਜੇ ਤੁਹਾਨੂੰ ਕੁਸੰਗਤ ਵਿੱਚ ਅਤੇ ਵਿਸ਼ੇ ਵੀ ਮਨ ਭੁਗਾਉਂਦਾ ਹੈ ਅਤੇ ਸੰਗਤੀਆ ਵੀ ਮਨ ਬਣਾਉਂਦਾ ਹੈ। ਇਹਨਾਂ ਨੇ ਪਹਿਲਾਂ ਮਨ ਵਿੱਚ ਤ੍ਰਿਸ਼ਨਾ ਸੀ ਅਤੇ ਲਾਲਚ, ਪੈਸੇ ਕਰਕੇ ਕਥਾ ਕਰਦੇ ਸੀ ਭਾਈ ਕ੍ਰਿਸ਼ਨਾ ਬਾਲਾ। ਉਦੋਂ ਬਿਰਤੀ ਟਿਕੀ ਨਾ, ਮਾਇਆ ਨੂੰ ਤਿਆਗ ਕੇ ਮਹਾਰਾਜ ਦੇ ਉਪਦੇਸ਼ ਦੇ ਨਾਲ ਮੂਲ ਮੰਤਰ ਦਾ ਅਭਿਆਸ ਕਰਕੇ ਅਤੇ ਮਨ ਨੂੰ ਸਮਝਾਉਂਦਿਆਂ ਕਥਾ ਕੀਤੀ, ਤਾਂ ਜੋ ਮਨ ਵਿੱਚ ਇੱਛਾ ਸੀ ਉਸ ਦੀ ਪ੍ਰਾਪਤੀ ਹੋਈ ਹੈ। ਗਰੀਬ ਨਵਾਜ ਦੇ ਹੁਕਮ ਬਚਨ ਮੰਨੇ ਅਤੇ ਬੜੀ ਜਿਹੜੀ ਪ੍ਰਾਪਤੀ ਹੋਈ, ਗੁਰੂ ਕੇ ਸਿੱਖ ਬਣੇ ਹਨ।
ਨਾਮ ਸਮੁੰਦਾ ਇੱਕ ਚੱਲ ਆਇਓ। ਅੱਗੇ ਕਵੀ ਜੀ ਲਿਖਦੇ ਕਿ ਸਮੁੰਦਾ ਨਾਮ ਦਾ ਸਿੱਖ ਮਹਾਰਾਜ ਦੇ ਪਾਸ ਆਇਆ ਹੈ। ਸ਼੍ਰੀ ਅਰਜਨ ਕੋ ਸੀਸ ਨਿਵਾਇਓ। ਸਤਿਗੁਰਾਂ ਦੇ ਚਰਨਾਂ ਵਿੱਚ ਉਸਨੇ ਆ ਕੇ ਸ਼ੀਸ਼ ਨਵਾਇਆ ਹੈ। ਬੈਠ ਨਿਕਟ ਮੁਖ ਬਾਕ ਬਖਾਨੇ। ਤੇ ਮਹਾਰਾਜ ਦੇ ਸਨਮੁਖ ਬਹਿ ਕੇ ਹੱਥ ਜੋੜ ਕੇ ਨੇ ਹਜ਼ੂਰ ਨੂੰ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਸੁਜਾਨੇ। ਸੱਚੇ ਪਾਤਸ਼ਾਹ ਸ੍ਰੇਸ਼ਟ ਜਾਨੀ ਜਾਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਸਨਮੁਖ ਬੇਮੁਖ ਕਹੀਐ ਕੌਣ। ਮਹਾਰਾਜ ਦੱਸੋ ਵੀ ਸਨਮੁਖ ਕੌਣ ਹੈ ਤੇ ਸੰਸਾਰ ਤੇ ਬੇਮੁਖ ਕੌਣ ਹੈ। ਆਪ ਬਖਾਨਾ ਲੱਛਣ ਦਾਨ। ਦੋਵਾਂ ਦੇ ਲੱਛਣ ਦੱਸੋ ਵੀ ਬੇਮੁਖ ਕਿਹੜੇ ਹੁੰਦੇ ਆ, ਉਹਨਾਂ ਦੇ ਲੱਛਣ ਕੀ ਹੈ, ਤੇ ਪਰਮੇਸ਼ਰ ਦੇ ਸਨਮੁਖ ਕਿਹੜੇ ਆ, ਉਹਨਾਂ ਦੇ ਲੱਛਣ ਕੀ ਹੁੰਦੇ ਆ। ਜਿਸ ਤੇ ਮੈਂ ਜਾਣਾ ਮਨ ਮਾਹੀ। ਜਿਸ ਕਰਕੇ ਮੈਂ ਵੀ ਮਨ ਕਰਕੇ ਜਾਣ ਲਵਾਂ ਗੁਰਮੁਖ ਤੇ ਮਨਮੁਖ ਦੇ ਫਰਕ ਨੂੰ। ਸਨਮੁਖ ਬਨਾ ਵਿਮੁਖ ਹੋਏ ਨਾਹੀ। ਜਦੋਂ ਮੈਨੂੰ ਪਤਾ ਲੱਗ ਜਾਵੇਗਾ ਫਿਰ ਮਹਾਰਾਜ ਮੈਂ ਸਨਮੁਖ ਬਣਾਂਗਾ ਤੇ ਮਨਮੁਖਤਾਈ ਛੱਡ ਦੇਵਾਂਗਾ। ਸੁਣ ਗੁਰ ਕਹਿਓ ਹੋਤ ਬਾਦਸ਼ਾਹੂ। ਗਰੀਬ ਨਵਾਜ ਬੋਲੇ ਫਿਰ ਕਹਿੰਦੇ ਸੌਖਾ ਪ੍ਰਮਾਣ ਦੇ ਕੇ ਸਮਝਾਉਣੇ ਆ ਭਾਈ ਸਮੁੰਦਾ ਜੀ ਵੀ ਐਂ ਸਮਝ ਲਓ ਵੀ ਸਨਮੁਖ ਗੁਰਮੁਖ ਕੀ ਹੁੰਦਾ ਹੈ ਵੀ ਜਿਵੇਂ ਇੱਕ ਸ਼ਾਹੂਕਾਰ ਹੋਵੇ ਬਹੁਤ ਮਾਇਆ ਵਾਲਾ, ਉਹ ਜਿਹੜਾ ਸ਼ਾਹੂਕਾਰ ਹੈ ਕਾਰਜ ਕਰਨ ਪਠਾਵਹਿ ਕਾਹੂ। ਉਹ ਆਪਦੇ ਕਿਸੇ ਚੇਲੇ ਨੂੰ ਨੌਕਰ ਨੂੰ ਕਿਤੇ ਦੂਰ ਕਾਰਜ ਕਰਨ ਵਾਸਤੇ ਆਪਦਾ ਕੰਮ ਕਰਨ ਵਾਸਤੇ ਭੇਜ ਦੇਵੇ। ਬੁੱਧ ਤੇ ਬਲ ਤੇ ਪ੍ਰੇਮ ਲਗਾਏ। ਤੇ ਜਿਹੜਾ ਚੇਲਾ ਸੇਵਕ ਆ ਕੋਈ ਨੌਕਰ ਉਹ ਆਪਦੇ ਮਾਲਕ ਸ਼ਾਹੂਕਾਰ ਦਾ ਕੰਮ ਕਰੇ ਮਨ ਕਰਕੇ ਬੁੱਧ ਕਰਕੇ ਤੇ ਆਪਦਾ ਸਾਰਾ ਜ਼ੋਰ ਲਾ ਕੇ ਰੀਝ ਨਾਲ ਉਹ ਕੰਮ ਸਵਾਰ ਦੇਵੇ। ਜੋ ਕਾਰਜ ਕੋ ਲੇਤ ਬਣਾਏ। ਤੇ ਇਸ ਤਰ੍ਹਾਂ ਬੜੀ ਰੀਝ ਨਾਲ ਆਪਦੇ ਮਾਲਕ ਦੇ ਦੱਸੇ ਹੋਏ ਕੰਮ ਨੂੰ ਸਵਾਰ ਦਿੰਦਾ ਹੈ। ਸੋ ਸਨਮੁਖ ਆਵਤ ਚਲ ਸ਼ਾਹੂ। ਤੇ ਉਹ ਸ਼ਾਹੂਕਾਰ ਕੋਲ ਆਉਂਦਾ ਹੈ, ਕੰਮ ਉਹਦਾ ਕਰਕੇ ਆਇਆ ਜਿਹੜਾ ਦੱਸਿਆ ਸੀ, ਇਸ ਲਈ ਉਹ ਸਨਮੁਖ ਹੁੰਦਾ ਹੈ, ਸਿੱਧੇ ਮੱਥੇ ਲੱਗ ਸਕਦਾ ਸ਼ਾਹੂਕਾਰ ਦੇ ਸਾਹਮਣੇ ਖੜ ਕੇ, ਕਿਉਂਕਿ ਮੁੱਖ ਉਜਲਾ ਹੈ ਨਾ, ਜਿਹੜੇ ਕੰਮ ਨੂੰ ਭੇਜਿਆ ਉਹ ਪੂਰਾ ਕੀਤਾ, ਉਸ ਨੂੰ ਸਨਮੁਖ ਆਖਿਆ ਜਾਂਦਾ ਹੈ। ਨਹੀਂ ਕਰਹਿ ਬੇਮੁਖ ਲਖ ਤਾਹੂ। ਤੇ ਸ਼ਾਹੂਕਾਰ ਕਿਸੇ ਨੌਕਰ ਨੂੰ ਭੇਜੇ ਉਥੇ ਖਾ ਪੀ ਕੇ ਮਾਇਆ ਖਰਚ ਕੇ ਮੁੜ ਆਵੇ ਤੇ ਜਿਹੜੇ ਕੰਮ ਨੂੰ ਭੇਜਿਆ ਉਹ ਕੰਮ ਪੂਰਾ ਨਾ ਕਰੇ। ਨਹੀਂ ਕਰਹਿ ਬੇਮੁਖ ਲਖ ਤਾਹੂ। ਉਹਨੂੰ ਬੇਮੁਖ ਲਖ ਲੈ। ਇਹ ਭਾਈ ਸਮੁੰਦਾ ਜੀ ਉਹਨੂੰ ਬੇਮੁਖ ਆਖਿਆ ਜਾਂਦਾ ਹੈ। ਵਾਹਿਗੁਰੂ ਤਿਮ ਪਠਿਓ ਨਰਨ ਕੋ। ਇਸੇ ਤਰ੍ਹਾਂ ਸ਼ਾਹੂਕਾਰ ਕੌਣ ਹੈ? ਉਹ ਪਰਮੇਸ਼ਰ ਹੈ। ਤੇ ਨੌਕਰ ਕੌਣ ਹੈ? ਮਹਾਰਾਜ ਕਹਿੰਦੇ ਉਹ ਮਨੁੱਖ ਹੈ। ਜੀਵ ਨੌਕਰ ਹੈ ਤੇ ਸ਼ਾਹੂਕਾਰ ਅਕਾਲ ਪੁਰਖ ਪਰਮੇਸ਼ਰ ਦਾ ਭੇਜਿਆ ਹੋਇਆ। ਨਾਮ ਦਾਨ ਇਸ਼ਨਾਨ ਕਰਨ ਕੋ। ਤੇ ਉਹ ਕਿਉਂ ਭੇਜਿਆ? ਜਿਵੇਂ ਸ਼ਾਹੂਕਾਰ ਨੇ ਕੋਈ ਨੌਕਰ ਭੇਜਿਆ ਹੈ ਕੋਈ ਕੰਮ ਸੌਦਾ ਲੈਣ ਵਾਸਤੇ, ਉਵੇਂ ਉਸ ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਭੇਜਿਆ। ਭਾਈ ਸਮੁੰਦਾ ਜੀ ਭੇਜਿਆ ਕਿਉਂ ਹੈ? ਇਸ਼ਨਾਨ ਕਰਨ ਵਾਸਤੇ, ਇਸ਼ਨਾਨ ਕਰਕੇ ਨਾਮ ਜਪਣ ਵਾਸਤੇ, ਨਾਮ ਜਪ ਕੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਸਤੇ ਤੇ ਕਿਰਤ ਕਰਕੇ ਦਾਨ ਦੇਣ ਵਾਸਤੇ ਭੇਜਿਆ ਹੈ। ਪਾਛਲ ਰਾਤ ਨੀਂਦ ਕੋ ਤਿਆਗੇ। ਤੇ ਪਿਛਲੇ ਸਮੇਂ ਨੀਂਦ ਜਿਹੜੀ ਆ ਤਿਆਗ ਕੇ ਅੰਮ੍ਰਿਤ ਵੇਲੇ ਤੜਕੇ ਉੱਠ ਪੈਣਾ ਹੈ। ਕਰਹਿ ਸੌਚ ਮੱਜਨ ਅਨੁਰਾਗੇ। ਕਿਰਿਆ ਸੋਧ ਕੇ ਤੇ ਬੜੇ ਰੀਝ ਨਾਲ ਚਾਅ ਦੇ ਨਾਲ ਇਸ਼ਨਾਨ ਕਰਨਾ ਹੈ। ਅੰਮ੍ਰਿਤ ਵੇਲੇ ਨਿਤ ਸਤਨਾਮ। ਅੰਮ੍ਰਿਤ ਵੇਲੇ ਉੱਠ ਕੇ ਤੇ ਰੋਜ਼ ਵਾਹਿਗੁਰੂ 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 ਨਾਮ ਜਪਣਾ, ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਹੈ। ਸਿਮਰਹਿ ਪ੍ਰੀਤ ਤਰਹਿ ਨਿਸ਼ਕਾਮ। ਤੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਪ੍ਰੇਮ ਰੱਖਣਾ ਹੈ ਤੇ ਨਿਸ਼ਕਾਮ ਰਹਿਣਾ ਹੈ, ਕੋਈ ਮੰਗ ਨਹੀਂ ਮੰਗਣੀ ਹੈ। ਗੁਰਬਾਣੀ ਪਠ ਹਿਰਦੇ ਵਿਚਾਰ ਹੈ। ਗੁਰੂ ਕੀ ਬਾਣੀ ਪੜ੍ਹਨੀ ਹੈ, ਉਹਨੂੰ ਹਿਰਦੇ ਵਿੱਚ ਵਿਚਾਰਨਾ ਵੀ ਹੈ ਵੀ ਮਨਾ ਗੁਰਬਾਣੀ ਕੀ ਕਹਿੰਦੀ ਹੈ, ਤੂੰ ਕੀ ਕਰਦਾ ਹੈ। ਤਰਨ ਉਹਦੇ ਨਿਜ ਕਾਜ ਸੰਭਾਰ ਹੈ। ਤੇ ਜਦੋਂ ਫਿਰ ਦਿਨ ਚੜ੍ਹ ਆਵੇ ਤੜਕੇ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨੀ ਵਿਚਾਰਨੀ ਹੈ ਇਸ਼ਨਾਨ ਕਰਕੇ। ਜਦੋਂ ਦਿਨ ਚੜ੍ਹ ਜਾਂਦਾ ਸੂਰਜ ਚੜ੍ਹੇ ਤੋਂ ਫਿਰ ਘਰ ਦੇ ਕੰਮਕਾਰ ਕਰ ਲੈਣੇ ਹਨ। ਮੁਖ ਮਹਿ ਕਿਧੌ ਹਿਰਦੇ ਸਤਨਾਮ। ਤੇ ਮੂੰਹ ਦੇ ਵਿੱਚ ਤੇ ਜਾਂ ਹਿਰਦੇ ਵਿੱਚ ਵਾਹਿਗੁਰੂ 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 ਨਾਮ ਵੀ ਹੱਥ ਦੇ ਨਾਲ ਕੰਮ ਕਰੀ ਜਾਣਾ, ਹੱਥਾਂ ਪੈਰਾਂ ਨਾਲ
ਸਾਰਾ ਦਿਨ ਘਰ ਦਾ ਤੇ ਮੁਖ ਵਿੱਚੋਂ ਤੇ ਮਨ ਵਿੱਚੋਂ ਵਾਹਿਗੁਰੂ 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 ਕਰਦੇ ਰਹਿਣਾ ਹੈ। ਸਦਾ ਸੰਭਾਰਹਿ ਕਰਤੇ ਕਾਮ। ਉਹ ਅਕਾਲ ਪੁਰਖ ਪਰਮੇਸ਼ਰ ਨੂੰ ਸੰਭਾਲਦੇ ਰਹਿਣਾ, ਭਾਵ ਯਾਦ ਕਰਦੇ ਰਹਿਣਾ, ਸਦਾ ਯਾਦ ਰੱਖਣਾ, ਕੰਮਕਾਰ ਕਰਦਿਆਂ ਹੋਇਆਂ ਵੀ। ਜਿਨ੍ਹਾਂ ਨਮਨ ਤੇ ਪ੍ਰਭੂ ਵਿਸਾਰਿਓ। ਜਿਨ੍ਹਾਂ ਨੇ ਪ੍ਰਾਣੀਆਂ ਨੇ ਕੰਮਕਾਰ ਵੀ ਕੀਤੇ ਆ, ਘਰ ਦੀਆਂ ਜ਼ਿੰਮੇਵਾਰੀਆਂ ਸਾਂਭੀਆਂ, ਤੇ ਭਾਈ ਸਮੁੰਦਾ ਜੀ ਆਪਦੇ ਮਨ ਚੋਂ ਪਰਮੇਸ਼ਰ ਨੂੰ ਕਦੇ ਛੱਡਿਆ ਨਹੀਂ, ਭੁਲਾਇਆ ਨਹੀਂ ਹੈ। ਸਤ ਸੰਗਤ ਮਿਲ ਬੇਹਿਤ ਧਾਰਿਓ। ਤੇ ਸੰਗਤ ਨੂੰ ਮਿਲਣ ਦੇ ਵਿੱਚ ਹਿੱਤ ਰੱਖਦੇ ਆ। ਸੰਗਤ ਜਿੱਥੇ ਹੁੰਦੀ ਹੈ, ਕਥਾ ਕੀਰਤਨ ਹੁੰਦਾ ਹੈ, ਉਥੇ ਜਾ ਕਰਕੇ ਬੈਠਦੇ ਹਨ। ਜਥਾ ਸ਼ਕਤ ਨਿਤ ਦੇਤੇ ਦਾਨ। ਤੇ ਯਥਾ ਸ਼ਕਤ ਦਾਨ ਵੀ ਕਰਦੇ ਰਹਿੰਦੇ ਆ। ਭੁੱਖੇ ਨੂੰ ਭੋਜਨ, ਨੰਗੇ ਨੂੰ ਕੱਪੜਾ ਦਿੰਦੇ ਆ। ਨਗਨ ਸ਼ੁੱਧਤ ਕੋ ਦੇਖ ਸੁਜਾਨ। ਹਾਂ, ਉਹ ਸਿਆਣੇ ਲੋਕ ਆ ਜਿਹੜੇ ਨੰਗੇ ਭੁੱਖੇ ਨੂੰ ਦਾਨ ਕਰਦੇ ਰਹਿੰਦੇ ਆ, ਅੰਨ ਦਾ, ਕੱਪੜੇ ਦਾ। ਜਿਨ ਜਗ ਮਹਿ ਇਮ ਕਾਜ ਬਣਾਇਓ। ਹੇ ਭਾਈ ਸਮੁੰਦਾ ਜੀ, ਜਾਣ ਲਓ ਵੀ ਜਿਨ੍ਹਾਂ ਲੋਕਾਂ ਨੇ, ਪ੍ਰਾਣੀਆਂ ਨੇ ਪਰਮੇਸ਼ਰ ਦੇ ਦਿੱਤੇ ਹੋਏ ਮਨੁੱਖੇ ਜਾਮੇ ਵਿੱਚ ਹੱਥਾਂ ਪੈਰਾਂ ਨਾਲ ਕੰਮ ਕੀਤਾ ਹੈ, ਤੇ ਹਿਰਦੇ ਤੇ ਮਨ ਕਰਕੇ, ਮੁਖ ਕਰਕੇ ਨਾਮ ਜਪਦੇ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਦੇ ਹੈ, ਦਸਾਂ ਨੌਹਾਂ ਦੀ ਕਿਰਤ ਕਰਕੇ ਦਾਨ ਦਿੰਦੇ ਹਨ। ਲਗ ਵਿਸ਼ੇਣ ਨਹਿ ਜਨਮ ਗਵਾਇਓ। ਤੇ ਆ ਭੈੜੇ ਵਿਸ਼ੇ, ਸ਼ਰਾਬ, ਕਬਾਬ ਤੇ ਹੋਰ ਦੂਜੇ ਤੀਜੇ ਵਿਸ਼ੇ ਭੋਗਣ ਵਿੱਚ ਜਿਨ੍ਹਾਂ ਆਪਦਾ ਮਨੁੱਖਾ ਜਨਮ ਕਦੇ ਗਵਾਇਆ ਨਹੀਂ, ਸਮਾਂ ਨਹੀਂ ਬਰਬਾਦ ਕੀਤਾ ਹੈ। ਵਾਹਿਗੁਰੂ ਕੇ ਸਨਮੁਖ ਸੋਏ। ਤੂੰ ਪੁੱਛਦਾ ਸਨਮੁਖ ਕਿਹੜੇ? ਉਹ ਸਨਮੁਖ ਹੁੰਦੇ ਆ ਜਿਹੜੇ ਜਿਵੇਂ ਸ਼ਾਹੂਕਾਰ ਭੇਜੇ ਤੇ ਉਹਦਾ ਨੌਕਰ ਕੰਮ ਸਵਾਰ ਕੇ ਆਵੇ। ਅਕਾਲ ਪੁਰਖ ਨੇ ਸਾਨੂੰ ਜਿਸ ਕੰਮ ਵਾਸਤੇ ਭੇਜਿਆ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਕੰਮ ਵਾਸਤੇ ਪਰਮੇਸ਼ਰ ਨੇ ਭੇਜਿਆ ਹੈ। ਤੇ ਮਹਾਰਾਜ ਕਹਿੰਦੇ ਸਿੱਧੀ ਜੀ ਗੱਲ ਹੈ, ਜਿਹੜਾ ਇਹ ਕੰਮ ਕਰਦਾ ਹੈ ਉਹ ਤਾਂ ਪਰਮੇਸ਼ਰ ਦੇ ਸਨਮੁਖ ਹੈ। ਹਰਖੈ ਤਨ ਤਜ ਦਰਸ਼ਨ ਹੋਏ। ਤੇ ਉਹ ਜਦੋਂ ਸਰੀਰ ਛੱਡਦਾ ਹੈ ਨਾ, ਫਿਰ ਅੰਤਲੇ ਸਮੇਂ ਉਦੋਂ ਪਰਮੇਸ਼ਰ ਦੇ ਉਹਨੂੰ ਸਾਖਸ਼ਾਤ ਦਰਸ਼ਨ ਹੁੰਦੇ ਆ, ਜਾਂ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਕਾਜ ਸੁਧਾਰ ਜਾਏ ਪ੍ਰਭ ਮਿਲੇ। ਕਿਉਂਕਿ ਕੰਮ ਜਿਹੜੇ ਆਏ ਉਹ ਸੁਧਾਰ ਕੇ ਗਏ ਆ। ਜਿਵੇਂ ਸ਼ਾਹੂਕਾਰ ਦਾ ਨੌਕਰ ਮੱਥੇ ਲੱਗਦਾ ਨਾ ਖੁਸ਼ ਹੋ ਕੇ, ਉਹ ਨਾਮ ਜਪਣ ਆਏ ਸੀ ਤੇ ਨਾਮ ਜਪ ਕੇ ਸੰਸਾਰ ਤੋਂ ਗਏ ਆ, ਮਨੁੱਖਾ ਦੇਹੀ ਸਫਲੀ ਕੀਤੀ ਹੈ। ਲਹਿ ਆਨੰਦ ਮੁਕਤ ਸੇ ਭਲੇ। ਉਹ ਮੁਕਤ ਹੁੰਦੇ ਆ ਤੇ ਅੰਤਲੇ ਸਮੇਂ ਨੂੰ ਆਨੰਦ ਬੜਾ ਪ੍ਰਾਪਤ ਕਰਦੇ ਆ। ਜਿਨ੍ਹਾਂ ਨ ਜਗ ਮਹਿ ਕਾਜ ਸੁਧਾਰਾ। ਤੇ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਕਦੇ ਨਾਮ ਨਹੀਂ ਜਪਿਆ, ਕਦੇ ਸੰਗਤ ਨਹੀਂ ਕੀਤੀ, ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ ਕੀਤਾ, ਭੁੱਖੇ ਨੂੰ ਰੋਟੀ ਨਹੀਂ ਦੇਣੀ, ਕਿਤੇ ਨੰਗੇ ਨੂੰ ਕੱਪੜਾ ਨਹੀਂ ਦਿੱਤਾ ਹੈ, ਸੋ ਬੇਮੁਖ ਨਿਤ ਰਹਿ ਦੁਖਾਰਾ। ਤੇ ਜ਼ਾਹਰ ਜੀ ਗੱਲ ਹੈ ਉਹ ਬੇਮੁਖ ਹੈ ਭਾਈ। ਉਹ ਮਹਾਰਾਜ ਦੇ ਪਰਮੇਸ਼ਰ ਦੇ ਮੱਥੇ ਨਹੀਂ ਲੱਗ ਸਕਦੇ, ਕਿਉਂਕਿ ਜਿਸ ਕੰਮ ਨੂੰ ਭੇਜਿਆ ਉਹ ਕੰਮ ਨਹੀਂ ਕੀਤਾ ਹੈ। ਸੁਨਤ ਸਮੁੰਦੇ ਜੁਗ ਕਰ ਜੋਰੇ। ਸੁਣ ਕੇ ਭਾਈ ਸਮੁੰਦਾ ਜੀ ਨੇ ਹਜ਼ੂਰ ਤੋਂ ਤੇ ਦੋਵੇਂ ਹੱਥ ਜੋੜ ਲਏ ਆ। ਕਰਹਾ ਦਇਆ ਸ਼੍ਰੀ ਗੁਰੂ ਨਿਹੋਰੇ। ਹਾਂ, ਹੇ ਗੁਰੂ ਅਰਜਨ ਦੇ ਪਾਤਸ਼ਾਹ, ਬੇਨਤੀ ਹੈ ਮਹਾਰਾਜ ਮੇਰੇ ਤੇ ਵੀ ਐਸੀ ਦਇਆ ਕਰ ਦਿਓ ਜੀ। ਮੁਝ ਕੋ ਸਨਮੁਖ ਆਪ ਬਨਾਵਹ। ਵੀ ਮਹਾਰਾਜ ਮੇਰੇ ਤੇ ਵੀ ਦਇਆ ਕਰੋ, ਮੈਂ ਨਾਮ ਜਪਾਂ, ਸੰਗਤ ਕਰਾਂ, ਦਾਨ ਕਰਾਂ, ਇਸ਼ਨਾਨ ਕਰਾਂ। ਸਤਿਗੁਰੂ ਦਇਆ ਕਰਕੇ ਮੈਨੂੰ ਵੀ ਪਰਮੇਸ਼ਰ ਦਾ ਸਨਮੁਖ ਬਣਾ ਦਿਓ ਜੀ। ਦੇਹੋ ਤੀਨਹੁ ਗੁਣ ਕੋ ਬਖਸ਼ਾਵਹ। ਮਹਾਰਾਜ ਮੇਰੇ ਨੂੰ ਬਖਸ਼ ਲਓ ਤੇ ਮੈਨੂੰ 3 ਗੁਣ ਦੇ ਦਿਓ, ਇੱਕ ਨਾਮ, ਇੱਕ ਦਾਨ, ਇੱਕ ਇਸ਼ਨਾਨ ਦੀ ਦਾਤ ਬਖਸ਼ ਦਿਓ ਜੀ। ਗੁਰ ਕਹਿ ਸਨਮੁਖ ਸਿੱਖ ਹੋਏ ਜਬੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਮੁੰਦਾ ਜੀ, ਜਦੋਂ ਕੋਈ ਪਰਮੇਸ਼ਰ ਦੇ ਸਨਮੁਖ ਸਿੱਖ ਹੋ ਜਾਂਦਾ ਹੈ, ਹੋਏ ਆਵਹਿ ਗੁਰ ਕਰੁਣਾ ਤਬੈ। ਬਾਣੀ ਪੜ੍ਹਨ ਲੱਗ ਪੈਂਦਾ, ਇਸ਼ਨਾਨ ਪਾਣ ਕਰਦਾ ਹੈ, ਨਿਤਨੇਮ ਭਜਨ ਬੰਦਗੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਹੈ, ਦਾਨ ਕਰਦਾ ਹੈ, ਪੁੰਨ ਕਰਦਾ ਹੈ, ਉਦੋਂ ਸਿੱਖ ਪਰਮੇਸ਼ਰ ਦੇ ਸਨਮੁਖ ਹੁੰਦਾ। ਤੇ ਜਦੋਂ ਸਨਮੁਖ ਹੋ ਜਾਂਦਾ ਸਿੱਖ, ਉਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦੇ ਤੇ ਬਹੁਤ ਕਿਰਪਾ ਕਰ ਦਿੰਦੇ ਆ। ਤਬਹਿ ਸਮੁੰਦੇ ਗੁਰ ਬਚ ਮਾਨਾ। ਤੇ ਗਰੀਬ ਨਵਾਜ ਦੇ ਪਵਿੱਤਰ ਬਚਨ ਨੂੰ, ਉਪਦੇਸ਼ ਨੂੰ ਭਾਈ ਸਮੁੰਦੇ ਨੇ ਮਨ ਕਰਕੇ ਮੰਨਿਆ ਹੈ। ਤਿਮਹੀ ਕਰਨ ਲੱਗਿਓ ਸ਼ੁਭ ਜਾਨਾ। ਆਪਣੇ ਘਰ ਵਿੱਚ ਜਾ ਕੇ ਨਾ ਆਪਦਾ ਭਲਾ ਜਾਣ ਕੇ ਤੇ ਖਾਲਸਾ ਜੀ ਨਾਮਦਾਨ ਇਸ਼ਨਾਨ ਦੇ ਸਦਕਾ
ਇਹ ਭਾਈ ਸਮੁੰਦਾ ਜੀ ਹੁਣ ਵਰਤਦਾ ਹੈ, ਬਾਣੀ ਪੜ੍ਹਦਾ ਹੈ, ਨਾਲੇ ਕੰਮਕਾਰ ਵੀ ਕਰਦਾ ਹੈ। ਕੇਤਿਕ ਦਿਨ ਮਹਿ ਪ੍ਰਾਪਤ ਗਿਆਨਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਥਾਪੜਾ ਹੋਣ ਕਰਕੇ ਕੁਝ ਕੁ ਦਿਨਾਂ ਦੇ ਵਿੱਚ ਇਹਨੂੰ ਬੜਾ ਭਾਰੀ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ। ਸੁਣ ਹੈ ਸਦਾ ਜਿਮ ਗੁਰੂ ਬਖਾਨਾ। ਤੇ ਹੁਣ ਉਸੇ ਤਰ੍ਹਾਂ ਹੀ ਖਾਲਸਾ ਜੀ ਜਿਵੇਂ ਸੁਣਿਆ ਸੀ ਨਾ ਮਹਾਰਾਜ ਤੋਂ, ਜਿਵੇਂ ਸਤਿਗੁਰਾਂ ਨੇ ਆਖਿਆ ਸੀ, ਹੁਣ ਉਸੇ ਤਰ੍ਹਾਂ ਹੀ ਵਰਤਦਾ, ਦਿਨ ਰਾਤ ਨਾਮ ਜਪਦਾ ਹੈ। ਤੋ ਨਾਲੇ ਦਸਾਂ ਨੌਹਾਂ ਦੀ ਕਿਰਤ ਕਰਦਾ, ਵਿੱਚੋਂ ਦਸਵੰਧ ਕੱਢਦਾ, ਭੁੱਖੇ ਨੰਗੇ ਨੂੰ ਕੱਪੜਾ ਤੇ ਅੰਨ ਦਿੰਦਾ ਹੈ। ਤੋ ਬੜੀ ਸੇਵਾ ਕਰਦਿਆਂ ਹੋਇਆਂ ਭਾਈ ਸਮੁੰਦੇ ਜੀ ਨੇ ਆਪਣਾ ਮਨੁੱਖਾ ਜਨਮ ਸਫਲਾ ਕੀਤਾ। ਇਸ ਤਰ੍ਹਾਂ ਭਾਈ ਸਮੁੰਦੇ ਵਰਗੇ ਗੁਰਮੁਖ ਖਾਲਸਾ ਜੀ ਮਨਮੁਖ ਤੋਂ ਸਨਮੁਖ ਬਣੇ ਸਨ। ਤੋ ਜੋ ਪਰਮੇਸ਼ਰ ਦੇ ਸਨਮੁਖ ਹੈ ਖਾਲਸਾ ਜੀ, ਉਹ ਨਾਮ ਬਾਣੀ ਜਪਦਾ ਹੈ। ਤੇ ਬੇਮੁਖ ਸਾਧ ਸੰਗਤ ਜੀ ਉਹ ਹੈ ਜਿਹੜਾ ਜਿਸ ਕਾਰਜ ਵਾਸਤੇ ਪਰਮੇਸ਼ਰ ਨੇ ਭੇਜਿਆ ਉਹ ਕਾਰਜ ਨੂੰ ਭੁੱਲ ਕੇ ਤੋ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਪਰਮੇਸ਼ਰ ਨੂੰ ਛੱਡ ਕਰਕੇ ਤੇ ਹੋਰ ਵਿਸ਼ਿਆਂ ਵਿਕਾਰਾਂ ਵਿੱਚ ਆਪਣਾ ਮਨੁੱਖਾ ਕੀਮਤੀ ਜਿਹੜਾ ਸਮਾਂ ਹੈ ਤੇ ਮਨੁੱਖਾ ਜਾਮਾ ਹੈ, ਕੀਮਤੀ ਸਵਾਸ, ਉਹ ਬੇਫਲ ਤੇ ਬਰਬਾਦ ਕਰ ਰਹੇ ਹੈ। ਉਹ ਲੋਕ ਮਨਮੁਖ ਹੈ ਜਿਹੜੇ ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਜਿਨ੍ਹਾਂ ਪੱਲੇ ਦਾਨ ਨਹੀਂ, ਜਿਨ੍ਹਾਂ ਪੱਲੇ ਇਸ਼ਨਾਨ ਨਹੀਂ। ਇਹ ਸਿੱਖਿਆ ਮਹਾਰਾਜ ਦੀ ਆਪ ਸੰਗਤ ਦੇ ਹਿਰਦੇ ਵਸੇ ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਖਾਲਸਾ ਜੀ ਜਿਵੇਂ ਭਾਈ ਕੁੱਲਾ ਭਾਈ ਭੁੱਲਾ ਜੀ ਨਾਮ ਦੇ ਸਿੱਖਾਂ ਦਾ ਭਾਈ ਭਗੀਰਥ ਜੀ ਦਾ ਪ੍ਰਸੰਗ ਆਵੇਗਾ, ਉਹ ਆਪਾਂ ਸੁਣ ਲਵਾਂਗੇ। ਇੱਥੇ ਸਮਾਂ ਹੋਇਆ ਸਮਾਪਤੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤਬਹਿ ਸਮੁੰਦੇ ਗੁਰ ਬਚ ਮਾਨਾ। ਤਿਮ ਹੀ ਕਰਨ ਲੱਗਿਓ ਸ਼ੁਭ ਜਾਨਾ। ਕੇਤਿਕ ਦਿਨ ਮਹਿ ਪ੍ਰਾਪਤ ਗਿਆਨਾ। ਸੁਨਹਿ ਸਦਾ ਜਿਮ ਗੁਰੂ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਬੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ रो, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾਹੀਐ ਪੁਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।